ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਪਹਿਲਾ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ। ਅਹਨਿਸ ਸ਼ਬਦ ਸਲਾਹੀਐ, ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ। ਪੁੰਨ ਦਾਨ ਚੰਗਿਆਈਆ, ਬਿਨ ਸਾਚੇ ਕਿਆ ਤਾਸ। ਜੇਹਾ ਰਾਧੈ ਤੇਹਾ ਲੁਣੈ, ਬਿਨ ਗੁਣ ਜਨਮ ਬਿਨਾਸ। ਮੁੰਦੇ ਗੁਣ ਦਾਸੀ ਸੁਖ ਹੋਏ, ਅਵਗੁਣ ਤਿਆਗ ਸਮਾਈਐ। ਗੁਰਮਤਿ ਪੂਰਾ ਸੋਏ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਪਹਿਲਾ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ। ਪੁੰਨ ਦਾਨ ਚੰਗਿਆਈਆਂ, ਬਿਨ ਸਾਚੇ ਕਿਆ ਤਾਸ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ। ਪੁੰਨ ਦਾਨ ਚੰਗਿਆਈਆਂ, ਬਿਨ ਸਾਚੈ ਕਿਆ ਤਾਸ। ਜੇਹਾ ਰਾਧੈ ਤੇਹਾ ਲੁਣੈ, ਬਿਨ ਗੁਣ ਜਨਮ ਵਿਨਾਸ। ਮੁੰਧੇ ਗੁਣ ਦਾਸੀ ਸੁਖ ਹੋਏ, ਅਵਗੁਣ ਤਿਆਗ ਸਮਾਈਐ। ਗੁਰਮਤਿ ਪੂਰਾ ਸੋਏ ਰਹਾਉ। ਮੁੰਦੇ ਗੁਣ ਦਾਸੀ ਸੁਖ ਹੋਏ, ਅਵਗੁਣ ਤਿਆਗ ਸਮਾਈਐ। ਗੁਰਮਤਿ ਪੂਰਾ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਜੋ ਪਵਿੱਤਰ ਸ਼ਬਦ ਆਪ ਜੀ ਨੇ ਸਰਵਣ ਕੀਤਾ, ਪਹਿਲੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸ੍ਰੀ ਰਾਗ ਵਿੱਚ ਅੰਗ 56 ਤੋਂ 57 ਉੱਪਰ ਸੁਭਾਏਮਾਨ ਹੈ।
ਇਸ ਦੇ ਕੁਝ ਪਦੇ ਆਪਾਂ ਪਿਛਲੇ ਦਿਨੀ ਸਰਵਣ ਕੀਤੇ। ਆਓ ਰਹਿੰਦੇ ਸ਼ਬਦ ਦੀ ਵਿਚਾਰ ਆਰੰਭ ਕਰਕੇ ਸਰਵਣ ਕਰਦੇ ਹਾਂ। ਇਸ ਸ਼ਬਦ ਦਾ ਜੋ ਰਹਾਉ ਦਾ ਪਦਾ ਹੈ, ਰਹਾਉ ਦੀ ਪੰਕਤੀ ਹੈ, ਲਿਖਦੇ ਹਨ ਮੁੰਦ ਹੈ ਜੀਵ ਇਸਤਰੀ। ਮੁੰਦ ਕਹਿੰਦੇ ਆ ਇਸਤਰੀ ਨੂੰ, ਭੰਡ ਵੀ ਇਸਤਰੀ ਨੂੰ ਕਹਿੰਦੇ ਆ। ਇਹਨਾਂ ਦੇ ਅਰਥ ਅਲੱਗ-ਅਲੱਗ ਹੁੰਦੇ ਆ। ਇੱਥੇ ਮੁੰਦ ਦਾ ਅਰਥ ਹੈ ਸੰਸਾਰ ਦੇ ਵਿੱਚ ਮਸਤ ਜੀਵ, ਸੰਸਾਰ ਦੇ ਨਸ਼ਿਆਂ ਵਿੱਚ, ਵਿਸ਼ੇ ਵਿਕਾਰਾਂ ਵਿੱਚ ਜਾਂ ਰਸਾਂ ਕਸਾਂ ਵਿੱਚ ਮਸਤ ਹੋਇਆ, ਆਪਣੇ ਪਤੀ ਪਰਮੇਸ਼ਰ ਪਰਮਾਤਮਾ ਨੂੰ ਭੁਲਾ ਕੇ ਮਨ ਮੱਤ ਨਾਲ ਚੱਲਦਾ ਹੋਇਆ ਜਿਹੜਾ, ਉਸ ਨੂੰ ਕਹਿ ਰਹੇ ਨੇ ਮੁੰਦ ਭਾਵ ਇਸਤਰੀ, ਭਾਵ ਹੈ ਜੀਵ ਆਤਮਾ। ਜਦ ਜੀਵ ਆਤਮਾ ਨੂੰ ਸੰਬੋਧਨ ਕਰਾਂਗੇ ਤੇ ਮਨੁੱਖਾਂ ਨੂੰ ਵੀ ਹੋ ਜਾਣਾ, ਇਸਤਰੀਆਂ ਨੂੰ ਵੀ ਹੋ ਜਾਣਾ। ਇਸੇ ਤਰ੍ਹਾਂ ਜਦੋਂ ਮਨ ਨੂੰ ਸੰਬੋਧਨ ਕਰਦੇ ਆ ਸਤਿਗੁਰੂ, ਤਾਂ ਸਾਨੂੰ ਸਭ ਨੂੰ ਇੱਕੋ ਜਿਹਾ ਕਹਿੰਦੇ ਆ, ਕਿਉਂਕਿ ਮਨ ਇਸਤਰੀ ਕੋਲ ਵੀ ਹੈ ਤੇ ਮਨ ਮਨੁੱਖ ਦੇ ਕੋਲ ਵੀ ਹੈ। ਇੱਥੇ ਮੁੰਦ ਸ਼ਬਦ ਵਰਤਿਆ ਤੇ ਮੁੰਦ ਹੈ ਕਿ ਆਪਣੇ ਮਾਲਕ ਨੂੰ ਭੁਲਾ ਕਰਕੇ ਸੰਸਾਰ ਦੇ ਨਸ਼ਿਆਂ ਵਿੱਚ ਮਸਤ ਹੋਈ ਹੈ ਜੀਵ ਇਸਤਰੀ, ਹੈ ਜੀਵ ਆਤਮਾ। ਗੁਣ ਦਾਸੀ ਸੁਖ ਹੋਏ, ਤੂੰ ਗੁਣਾਂ ਨੂੰ ਗ੍ਰਹਿਣ ਕਰ। ਗੁਣ ਵੀ ਹੋਣ ਤੇ ਦਾਸੀ ਭਾਵ ਤੋਂ ਨਿਮਰਤਾ ਭਾਵ ਵੀ ਹੋਵੇ, ਫੇਰ ਹੀ ਅਸੀਂ ਮਾਲਕ ਨੂੰ ਮਿਲ ਸਕਦੇ ਹਾਂ ਨਾ। ਜੇ ਗੁਣ ਹੋਣ ਤੇ ਫਿਰ ਹੰਕਾਰ ਕਰੀਏ, ਲੈ ਮੈਂ ਤਾਂ ਐਡਾ ਵਧੀਆ ਕਥਾਵਾਚਕ, ਮੈਂ ਐਡਾ ਵਧੀਆ ਰਾਗੀ, ਮੈਂ ਐਡਾ ਵਧੀਆ ਇਹ ਉਹ, ਤਾਂ ਫਿਰ ਮਤਲਬ ਹੰਕਾਰ ਹੋ ਗਿਆ। ਜਿਵੇਂ ਕੋਈ ਲੜਕੀ ਅਮੀਰ ਘਰ ਦੀ ਹੋਵੇ, ਕਿਸੇ ਗਰੀਬ ਦੇ ਘਰ 'ਚ ਵਿਆਹੀ ਜਾਵੇ, ਹੁਣ ਦਾਜ ਤਾਂ ਦੇਣਾ ਹੀ ਹੈ ਮਾਂ ਪਿਓ ਨੇ, ਤੇ ਉਹ ਘਰੇ ਆ ਕੇ ਕਰੇ ਹੰਕਾਰ ਵੀ, ਲੈ ਤੁਹਾਡੇ ਘਰੇ ਕੀ ਸੀ ਨੰਗਾਂ ਦੇ, ਸਾਰਾ ਸਮਾਨ ਤਾਂ ਮੇਰੇ ਬਾਪੂ ਨੇ ਦਿੱਤਾ, ਕਹੋ ਸਤਨਾਮ ਸੀ। ਭਾਵ ਗੁਣ ਵੀ ਹੋਣ ਤੇ ਨਿਮਰਤਾ ਵੀ ਹੋਵੇ, ਤਾਂ ਹੀ ਮਾਲਕ ਦੇ ਚਰਨਾਂ ਵਿੱਚ ਅਸੀਂ ਸਮਾ ਸਕਦੇ ਹਾਂ। ਬੁੱਧੇ ਗੁਣ ਦਾਸੀ ਸੁਖ ਹੋਏ, ਅਵਗੁਣ ਤਿਆਗ ਸਮਾਈ ਹੈ। ਫੇਰ ਹੀ ਮਾਲਕ ਨੂੰ ਚੰਗੇ ਲੱਗਾਂਗੇ ਨਾ। ਨੇਕੀ ਕਰ ਦਰਿਆ ਵਿੱਚ ਡਾਲ, ਗੁਣ ਹੋਣ ਪਰ ਉਹਨਾਂ ਗੁਣਾਂ ਨੂੰ ਲੈ ਕੇ ਜੀਵ ਦੇ ਵਿੱਚ ਕੋਈ ਹੰਕਾਰ ਨਾ ਹੋਵੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਜਦੋਂ ਇਹ ਜੀਵ ਮੁੰਦ ਭਾਵ ਸੰਸਾਰੀ ਨਸ਼ਿਆਂ ਵਿੱਚ ਮਸਤ, ਸੰਸਾਰੀ ਪੰਜਾਂ ਵਿਕਾਰਾਂ ਵਿੱਚ ਮਸਤ, ਆਪਣੇ ਮਾਲਕ ਨੂੰ ਕੁਝ ਸਮਝਦਾ ਹੀ ਨਹੀਂ, ਤਾਂ ਉਹਨੂੰ ਕਿਵੇਂ ਸੁੱਖ ਮਿਲ ਸਕਦਾ। ਤਾਂ ਤੇ ਦੋ ਚੀਜ਼ਾਂ ਇੱਥੇ ਦਸੀਆਂ, ਗੁਣ ਵੀ ਹੋਣ ਤੇ ਨਿਮਰਤਾ ਵੀ ਹੋਵੇ। ਮੁੰਦ ਹੈ ਗੁਣ ਦਾਸੀ ਸੁਖ ਹੋਏ, ਅਵਗੁਣ ਤਿਆਗ ਸਮਾਈ ਹੈ। ਗੁਣਾਂ ਨੂੰ ਗ੍ਰਹਿਣ ਕਰ, ਔਗੁਣਾਂ ਨੂੰ ਇਕੱਠੇ ਕਰ। ਗੁਣਾਂ ਨੂੰ ਗ੍ਰਹਿਣ ਕਰ, ਔਗੁਣਾਂ ਨੂੰ ਤਿਆਗ ਕਰਕੇ ਤਾਂ ਮਾਲਕ ਤੈਨੂੰ ਆਪਣੇ ਚਰਨਾਂ ਵਿੱਚ ਰੱਖੇਗਾ, ਆਪਣੇ ਵਿੱਚ ਸਮਾ ਲਵੇਗਾ, ਤਾਂ ਤੂੰ ਮਾਲਕ ਨੂੰ ਭਾਵੇਂਗੀ। ਏਦਾਂ ਨਹੀਂ ਭਾ ਸਕਦੀ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜਿਆ ਜਾਏ। ਇਹ ਮੁੰਦ, ਇਹ ਜੀਵ ਇਸਤਰੀ ਕਿਵੇਂ ਮਾਲਕ ਦੇ ਵਿੱਚ ਮਿਲ ਸਕਦੀ ਹੈ, ਕਿਵੇਂ ਉਹਦੇ ਘਰ ਜਾ ਸਕਦੀ ਹੈ, ਉਹਦੀ ਸੇਜਾ ਤੇ ਜਾ ਸਕਦੀ ਹੈ, ਕਿਉਂਕਿ ਇਹਦੇ ਕੱਪੜੇ ਰੂਪੀ ਸਰੀਰ ਹੀ ਬੜਾ ਗੰਦਾ ਹੈ। ਕਿਉਂਕਿ ਜਿਸ ਤਰ੍ਹਾਂ ਕੋਈ ਗੰਦੇ ਕੱਪੜਿਆਂ ਵਾਲਾ ਹੋਵੇ, ਆਪਾਂ ਉਹਦੇ ਕੋਲ ਨਹੀਂ ਬਹਿੰਦੇ ਜਾਂ ਉਹਨੂੰ ਕੋਲ ਨਹੀਂ ਬਹਿਣ ਦਿੰਦੇ, ਇਸੇ ਤਰ੍ਹਾਂ ਪਰਮੇਸ਼ਰ ਕਹਿੰਦਾ, ਜੋ ਤੇਰੇ ਅੰਦਰ ਔਗੁਣਾਂ ਦੀ ਬਦਬੂ ਆ ਰਹੀ ਹੈ, ਇਹਨਾਂ ਨੂੰ ਕੱਢ ਕੇ ਆ। ਜਿਹੜਾ ਮਾਇਆ ਦਾ ਪਾਹ ਆਪਣੇ ਸਰੀਰ ਤੇ ਚੜਾਇਆ, ਇਹਨੂੰ ਲਾਹ ਕੇ ਆ, ਫਿਰ ਮੇਰੇ ਵਿੱਚ ਮਿਲ ਸਕਦਾ ਹੈ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤਿੰਨਾ ਕਹਿ ਲੈਣ ਜੋ ਤੇਰਾ ਨਾਮ। ਜਿਹੜੇ ਤੇਰਾ ਨਾਮ ਜਪਦੇ ਆ, ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ। ਛੋਟਾ ਜਿਹਾ ਇਤਿਹਾਸ, ਸੱਤੇ ਬਲਵੰਡੇ ਹੋਰਾਂ ਨੂੰ ਜਦੋਂ ਹੰਕਾਰ ਹੋ ਗਿਆ, ਸਤਿਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਤਿਆਗ ਦਿੱਤਾ।
ਗੁਣ ਤਾਂ ਸੀਗਾ, ਇਹ 'ਚ ਕੋਈ ਸ਼ੱਕ ਨਹੀਂ, ਰਾਗੀ ਵਧੀਆ ਸੀ, ਪਰ ਮਾੜੀ ਜੀ ਗੱਲ ਤੇ ਗੁਰੂ ਸਾਹਿਬ ਨਾਲ ਗੁੱਸੇ ਹੋ ਗਏ ਵੀ ਸਾਨੂੰ ਸਤਿਗੁਰਾਂ ਤੋਂ ਪੈਸੇ ਮੰਗੇ ਸੀ, ਅਸੀਂ ਕੁੜੀ ਦਾ ਵਿਆਹ ਕਰਨ ਵਾਸਤੇ, ਸਾਨੂੰ ਪੈਸੇ ਨਹੀਂ ਦਿੱਤੇ। ਪਾਤਸ਼ਾਹ ਨੇ ਕਹਿਤਾ ਕੋਈ ਗੱਲ ਨਹੀਂ, ਫਿਕਰ ਨਾ ਕਰੋ, ਅਸੀਂ ਆਪੇ ਲੜਕੀ ਦਾ ਵਿਆਹ ਕਰਾਂਗੇ, ਤੁਸੀਂ ਕੀਰਤਨ ਕਰਿਆ ਕਰੋ ਵਧੀਆ। ਪਰ ਪੈਸੇ ਨਗਦ ਪਾਤਸ਼ਾਹ ਜੀ ਨੇ ਨਾ ਦਿੱਤੇ ਤਾਂ ਉਹ ਗੁੱਸੇ ਹੋ ਗਏ ਤੇ ਸੱਦਣ ਤੇ ਵੀ ਨਾ ਆਏ। ਆਉਣਾ ਤਾਂ ਦੂਰ ਰਿਹਾ, ਬਲਕਿ ਕਹਿੰਦੇ ਜੇ ਅਸੀਂ ਕੀਰਤਨ ਕਰਦੇ ਹਾਂ ਤਾਂ ਲੋਕ ਮੱਥਾ ਟੇਕਦੇ ਆ, ਕੋਈ ਸਤਨਾਮ ਸੀ, ਨਹੀਂ ਤਾਂ ਬਾਬੇ ਨਾਨਕ ਨੂੰ ਕਹਿੰਦੇ ਕੌਣ ਜਾਣਦਾ ਸੀ ਜੇ ਮਰਦਾਨਾ ਰਵਾਬ ਨਾ ਵਜਾਉਂਦਾ। ਇਵੇਂ ਜਿਵੇਂ ਅੱਗੇ ਮਰਦਾਨੇ ਦੀ ਕੁਲ ਦੇ ਸਾਡੇ ਲੋਕ ਮਰਾਸੀ ਕੀਰਤਨ ਕਰਦੇ ਸੀ ਤਾਂ ਲੋਕ ਗੁਰੂਆਂ ਕੋਲ ਆ ਕੇ ਮੱਥਾ ਟੇਕਦੇ ਸੀ। ਫਿਰ ਇਸ ਕਰਕੇ ਹੁਣ ਗੁਣ ਤਾਂ ਸੀਗਾ, ਨਾਲ ਔਗਣ ਇਹ ਆ ਗਿਆ ਹੰਕਾਰ ਦਾ। ਤਾਂ ਸ਼ਬਦ ਵੇਖੋ ਨਿੱਕਾ ਜਿਹਾ ਹੈ ਪਰ ਕਿੱਡਾ ਵੱਡਾ ਮੈਸੇਜ ਹੈ ਇਹਦੇ ਵਿੱਚ। ਮੁੰਧੇ ਗੁਣ ਦਾਸੀ, ਨਿਮਰਤਾ ਭਾਵ ਗੁਣ ਦਾਸੀ ਸੁਖ ਹੋਏ। ਜੇ ਤੇਰੇ ਅੰਦਰ ਗੁਣ ਹੈ ਤਾਂ ਫਿਰ ਨੀਵਾਂ ਵੀ ਹੋਣਾ ਚਾਹੀਦਾ ਹੈ। ਦਰਖਤ ਨੂੰ ਜਿਵੇਂ ਜਿਵੇਂ ਫਲ ਲੱਗਦੇ ਆ, ਜਿਵੇਂ ਜਿਵੇਂ ਉਹ ਫਲ ਪੱਕਦੇ ਆ, ਵੱਡੇ ਹੁੰਦੇ ਆ, ਦਰਖਤ ਝੁਕਦਾ ਜਾਂਦਾ ਹੈ। ਤੇ ਮਨੁੱਖ ਦੇ ਅੰਦਰ ਜਿਵੇਂ ਜਿਵੇਂ ਗੁਣ ਵੱਧਦੇ ਆ, ਇਹ ਆਕੜਦਾ ਤੁਰਿਆ ਜਾਂਦਾ, ਹੰਕਾਰੀ ਹੋ ਜਾਂਦਾ, ਕੋਈ ਸਤਨਾਮ ਸੀ। ਇਹੀ ਉਲਟ ਕਹਾਣੀ ਹੈ ਨਾ। ਮੇਰੇ ਪ੍ਰੀਤਮ ਜੀ ਕਹਿੰਦੇ ਆਓ ਆਰੰਭ ਕਰੀਏ ਸ਼ਬਦ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ। ਭਾਵੇਂ ਕੋਈ ਬਹੁਤ ਸਾਰਾ ਜਪ ਤਪ ਕਰ ਲਵੇ, ਜਪ ਤਪ ਦਾ ਮਤਲਬ ਰਸਨਾ ਦੇ ਨਾਲ ਮੰਤਰਾਂ ਦਾ ਜਾਪ ਕਰਦਾ ਹੋਵੇ, ਤਪ ਦਾ ਮਤਲਬ ਧੂਣੀਆਂ ਤਾਪ ਲਵੇ, ਪੋਹ ਦੇ ਮਹੀਨੇ ਵੀ ਸਾਧਨਾ ਕਰ ਲਵੇ, ਜਲ ਧਾਰੇ ਕਰ ਲਵੇ ਠੰਡੇ ਪਾਣੀ ਨਾਲ। ਸੰਜਮ ਭਾਵੇਂ ਕੋਈ ਵਰਤ ਰੱਖ ਲਵੇ, ਸੰਜਮ ਹੁੰਦਾ ਸੰਤੋਖ ਕਰਨਾ, ਪਰ ਸੰਤੋਖ ਤੋਂ ਮਤਲਬ ਤਾਂ ਹੋਰ ਚੀਜ਼ ਹੈ, ਪਰ ਇੱਥੇ ਸੰਜਮ ਤੋਂ ਮਤਲਬ ਹੈ ਵਰਤ ਰੱਖਣੇ, ਖਾਵੇ ਨਾ। ਜਪ ਤਪ ਸੰਜਮ ਸਾਧੀ ਹੈ, ਬੜੀ ਸਖਤ ਸਾਧਨਾ ਕਰ ਲਵੇ, ਸਰੀਰ ਦੇ ਨਾਲ ਹੱਠ ਜੋ ਕਰ ਲਵੇ, ਸਰੀਰ ਨੂੰ ਗਰਮੀ ਸਰਦੀ ਦੇ ਵਿੱਚ ਧੁੱਪਾਂ ਦੇ ਵਿੱਚ ਧੂਣੀਆਂ ਪਾ ਕੇ ਬਹਿ ਜਾਣਾ, ਸਿਆਲੇ ਵਿੱਚ ਠੰਡੇ ਪਾਣੀ 'ਚ ਬਹਿ ਜਾਣਾ, ਇਹ ਸਰੀਰ ਨੂੰ ਸਾਧਨਾ ਮਤਲਬ ਹੱਠ ਯੋਗ ਹੈ। ਤੀਰਥ ਕੀਚੈ ਵਾਸ, ਭਾਵੇਂ ਕੋਈ ਘਰ-ਬਾਰ ਛੱਡ ਕੇ ਤੀਰਥਾਂ 'ਤੇ ਰਹਿਣ ਲੱਗ ਜਾਵੇ, ਜਿਵੇਂ ਕਈ ਲੋਕਾਂ ਦਾ ਖਿਆਲ ਹੈ ਸ਼ਾਇਦ ਉੱਥੇ ਰਹਿਣ ਨਾਲ ਭਲਾ ਹੋ ਜਾਵੇਗਾ। ਕਬੀਰ ਸਾਹਿਬ ਜੀ ਕਹਿੰਦੇ ਨਹੀਂ, ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉ ਕਹਿ ਰਮੇ ਕਬੀਰ। ਕਹਿਣ ਲੱਗੇ ਜੇ ਕੋਈ ਕਹੇ ਨਾ ਕਿ ਗੰਗਾ ਦਾ ਪਾਣੀ ਹੀ ਮੇਰਾ ਮੁਕਤੀ ਕਰੇਗਾ, ਨਹੀਂ ਹੋ ਸਕਦੀ। ਭਾਵੇਂ ਕੋਈ ਗੰਗਾ ਤੇ ਜਾ ਕੇ ਘਰ ਪਾ ਲਵੇ, ਭਾਵੇਂ ਰੋਜ਼ ਗੰਗਾ ਦਾ ਹੀ ਜਲ ਪੀ ਜਾਵੇ। ਹਿੰਦੂ ਮੱਤ ਵਿੱਚ ਤਾਂ ਮਰਦੇ ਮਰਦੇ ਮਨੁੱਖ ਦੇ ਮੂੰਹ ਵਿੱਚ ਗੰਗਾ ਜਲ ਦਾ ਚਮਚਾ ਪਾਉਂਦੇ ਆ ਕਿ ਮੁਕਤੀ ਹੋ ਜੂ। ਕਬੀਰ ਸਾਹਿਬ ਕਹਿੰਦੇ ਰੋਜ਼ ਨਹਾਈ ਜਾ, ਰੋਜ਼ ਪੀ ਜਾ, ਜੇ ਪਰਮੇਸ਼ਰ ਨਾਲ ਨਹੀਂ ਜੁੜਨਾ, ਜੀਵਨ ਨਹੀਂ ਬਦਲਣਾ, ਫਿਰ ਕੀ ਗੰਗਾ ਤੇ ਵਸਣ ਦਾ ਫਾਇਦਾ। ਕੋਈ ਸਤਨਾਮ ਸ੍ਰੀ ਗੰਗਾ ਤੀਰ, ਗੰਗਾ ਦੇ ਕਿਨਾਰੇ ਤੇ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉ ਕਹਿ ਰਮੇ ਕਬੀਰ। ਕਬੀਰ ਸਾਹਿਬ ਜੀ ਵੀ ਏਦਾਂ ਕਹਿ ਗਏ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ, ਕੋਈ ਤੀਰਥਾਂ ਤੇ ਪੱਕਾ ਅੱਡਾ ਲਾ ਲਵੇ, ਲਾਏ ਹੋਏ ਆ, ਪਰ ਉਹਨਾਂ ਦਾ ਖਿਆਲ ਤਾਂ ਫੁੱਲ ਪਾਉਣ ਗਿਆਂ ਦੇ ਸਾਰੇ ਜੇਬਾਂ ਤੇ ਹੁੰਦਾ। ਕੋਈ ਮਕਸਦ ਨਹੀਂ ਉਹਨਾਂ ਦੇ, ਪ੍ਰਸ਼ਾਦੇ ਪਾਣੀ ਦਾ ਕੋਈ ਇੰਤਜ਼ਾਮ ਨਹੀਂ, ਬਸ ਤੁਹਾਡੇ ਮਰਿਆ ਹੋਇਆਂ ਦੇ ਭਲਾ ਕਰਨ ਵਾਸਤੇ ਜੀ ਇੱਥੇ ਦਾਨ ਕਰੋ, ਇੱਥੇ ਦਾਨ ਕਰੋ। ਪੁੰਨ ਦਾਨ ਚੰਗਿਆਈਆਂ, ਬੜੇ ਪੁੰਨਦਾਨ ਬੰਦਾ ਕਰਦਾ ਹੈ, ਦੁਨੀਆ ਉਹਨੂੰ ਬੜਾ ਚੰਗਾ ਕਹਿੰਦੀ ਆ, ਪਰ ਜੇ ਗੁਰੂ ਵਾਲਾ ਨਹੀਂ ਬਣਦਾ, ਪਰਮੇਸ਼ਰ ਨੂੰ ਜਪਦਾ ਨਹੀਂ, ਪਰਮੇਸ਼ਰ ਦਾ ਸ਼ੁਕਰੀਆ ਨਹੀਂ ਕਰਦਾ, ਦਿੱਤੀਆਂ ਦਾਤਾਂ ਨੂੰ ਜੋ ਖਾਂਦਾ ਹੈ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ। ਗੱਲ ਹੀ ਮੁਕਾਤੀ, ਕੱਲਾ ਕੱਲਾ ਵੀ ਲਿਖਿਆ। ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਾਵਕ ਬਲਨਾ, ਤਿਸ ਠਾਕਰ ਕੇ ਰਹੋ ਮਨ ਚਰਨਾ।
तिस ठाकर की रहो मन शरण। कट्ठा भी लिखता, सो क्यों विसरै जिन सब किश दिया, सो क्यों विसरै जे जीवन जीया, सो क्यों विसरै जे अगन में राखै मां दे उदर विच। जिन्हें तेरी पालना पोषना की, जिथे माँ के खाधे हुए सख्त तो सख्त भोजन भी खत्म हो गए, गल गए, पच गए, लेकिन बच्चे नूं उत्थे बचाया। उस अग दे विच तिथै तू समरथ जिथै कोई ना है, उत्थे तेरी रख अग्नि, उत्थे अग की ड्यूटी लाई भी इहनूं मचन नहीं देना। देखो उही अग पेट दे विच पए भोजन नूं गालदी है, उसे अग नूं हुक्म है कि बच्चे नूं पालना है। उथे तेरी रख अग्नि उधर माहे, सुन के जम के दूत नाए तेरा छड़ जाए, क्योंकि परमेश्वर का हुक्म है, उत्थे अग मचा नहीं सकती। जिमें श्री गुरु ग्रंथ साहब जी का ਸਰੂਪ जो बकाला साहब ਨੂੰ ਛੱਡਦਿਆਂ ਹੋਇਆਂ ਸੰਗਤਾਂ ਨਾਲ ਲੈ ਗਿਆ ਸੀ, ਧੀਰਮਲ ਦੇ ਕੋਲ ਸੀਗਾ। ਜਦੋਂ ਬਿਆਸਾ ਦੇ ਕਿਨਾਰੇ ਤੇ ਪਹੁੰਚੇ ਤੇ ਗੁਰੂ ਤੇਗ ਬਹਾਦਰ ਪਤਾ ਲੱਗਿਆ ਵੀ ਇਹ ਸਾਰਾ ਸਮਾਨ ਤਾਂ ਚਲੋ ਛੱਡਿਆ ਏ, ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਉਂ ਲਿਆਏ ਨਾਲ ਚੱਕ? ਇਹ ਨਹੀਂ ਲਿਆਉਣਾ ਸੀਗਾ। ਸਿੱਖਾਂ ਨੂੰ ਕਿਹਾ ਵੀ ਮੋੜ ਕੇ ਆਓ। ਸਿੱਖਾਂ ਨੇ ਕਿਹਾ ਜੀ ਇਹ ਤਾਂ ਗੁਰੂ ਦੀ ਵਸਤੂ ਹੈ, ਗੁਰੂ ਕੋਲੇ ਹੋਣੀ ਚਾਹੀਦੀ ਹੈ ਬਾਣੀ। ਤਾਂ ਕਹਿੰਦੇ ਨਹੀਂ, ਆਪਾਂ ਨਹੀਂ ਲੈ ਕੇ ਜਾਣੀ, ਲੋੜ ਪਈ ਤਾਂ ਫਿਰ ਲੈ ਲਾਂਗੇ, ਜਾਓ ਉਹਨੂੰ ਦੇ ਕੇ ਆਓ। ਤਾਂ ਜਦ ਕੋਈ ਇਹ ਗੱਲ ਮੰਨਣ ਨੂੰ ਤਿਆਰ ਨਾ ਹੋਇਆ ਤੇ ਗੁਰੂ ਸਾਹਿਬ ਨੇ ਉਹ ਦਰਬਾਰ ਸਾਹਿਬ ਦਾ ਸਰੂਪ, ਜੋ ਸੁਖਾਸਨ ਵੀਰ ਸਾਹਿਬ ਮੰਜੀ ਸਾਹਿਬ ਤੇ ਰਮਾਲਿਆਂ ਤੇ ਬਿਰਾਜਮਾਨ ਸੀ, ਉਹ ਮੰਜੀ ਸਮੇਤ ਬੀੜ ਸਾਹਿਬ ਜਿਹੜਾ ਬਿਆਸਾ ਦਰਿਆ ਸੀ ਉਹਦੇ ਹਵਾਲੇ ਕਰਤੀ, ਔਰ ਹੁਕਮ ਦਿੱਤਾ ਵੀ ਇਹ ਬੀੜ ਨੂੰ ਸਾਂਭ ਕੇ ਰੱਖੀ, ਧੀਰਮਲ ਆਊਗਾ ਉਹਨੂੰ ਦੇ ਦੀ। ਜਿਹੜਾ ਪਾਣੀ ਘੋਲ ਦਿੰਦਾ ਅੱਖਰਾਂ ਨੂੰ, ਕਾਗਜ਼ ਨੂੰ ਘੋਲ ਦਿੰਦਾ ਹੈ, ਉਹ ਪਾਣੀ ਗੁਰੂ ਦੇ ਹੁਕਮ ਵਿੱਚ ਬੀੜ ਸਾਹਿਬ ਨੂੰ ਸੰਭਾਲ ਕੇ ਰੱਖਦਾ। ਕਹੋ ਸਤਨਾਮ ਸ੍ਰੀ। ਜਿਹੜੀ ਅੱਗ ਸੰਸਾਰ ਨੂੰ ਮਚਾ ਦਿੰਦੀ ਆ, ਉਹੀ ਅਗਨੀ ਮਾਂ ਦੇ ਪੇਟ ਵਿੱਚ ਬੱਚੇ ਨੂੰ ਪਾਲਦੀ ਆ। ਭੈ ਵਿੱਚ ਪਵਨ ਬਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ। ਇਹ ਉਹਦੇ ਹੁਕਮ ਅੰਦਰ ਹੈ ਸਭ ਕੁਝ। ਤਾਂ ਧੀਰਮਲ ਨੂੰ ਸੁਨੇਹਾ ਲਾਤਾ, ਕਿਸੇ ਜਾਂਦੇ ਰਾਹੀ ਦੇ ਰਾਹੀਂ ਵੀ ਜਾ ਕੇ ਧੀਰਮਲ ਨੂੰ ਕਹਿ ਰਹੀ, ਭਾਈ ਤੇਰਾ ਗ੍ਰੰਥ ਸਾਹਿਬ ਬਿਆਸਾ ਦਰਿਆ 'ਚ ਪਿਆ, ਕੱਢ ਕੇ ਲੈ ਜਾ। ਸੁਨੇਹਾ ਲਾਉਣ ਵਾਲੇ ਨੇ ਸੁਨੇਹਾ ਲਾਇਆ ਤੇ ਸੁਣਨ ਵਾਲੇ ਹੱਸਣ ਲੱਗੇ, ਕਿੱਡਾ ਮਜ਼ਾਕ ਕੀਤਾ ਧੀਰਮਲ ਨਾਲ। ਕਿਤੇ ਪਾਣੀ 'ਚੋਂ ਗ੍ਰੰਥ ਸਹੀ ਸਲਾਮਤ ਮਿਲ ਜੂਗਾ ਹੁਣ? ਉਹ ਤਾਂ ਭੁੱਲ ਗਿਆ ਹੁਣੇ ਅੱਖਰ ਸਾਰੇ। ਪਰ ਫਿਰ ਵਿੱਚੋਂ ਕੋਈ ਕਹਿੰਦਾ ਨਹੀਂ ਯਾਰ, ਇੱਕ ਵਾਰੀ ਵੇਖ ਲੈਣਾ ਚਾਹੀਦਾ ਜਾ ਕੇ। ਧੀਰਮਲ ਆ ਗਏ, ਆਪਣੇ ਬੰਦਿਆਂ ਨੂੰ ਲੈ ਕੇ ਗ੍ਰੰਥ ਸਾਹਿਬ ਨੂੰ ਦਰਿਆ 'ਚੋਂ ਲੱਭਣਾ ਸ਼ੁਰੂ ਕੀਤਾ, ਨਾ ਲੱਭਿਆ। ਫਿਰ ਅਰਦਾਸ ਕਰਦਾ ਹੈ। 8ਵੇਂ ਪਾਤਸ਼ਾਹ ਹਰਕ੍ਰਿਸ਼ਨ ਨੂੰ ਮੰਨਦਾ, ਪਰ 9ਵਾਂ ਆਪਣੇ ਆਪ ਨੂੰ ਮੰਨੀ ਜਾਂਦਾ ਵੀ ਮੈਂ ਗੁਰੂ ਹਾਂ। 9ਵਾਂ ਤੇਗ ਬਹਾਦਰ ਜੀ ਨੂੰ ਮੰਨਣ ਨੂੰ ਤਿਆਰ ਨਹੀਂ। ਕਹੋ ਸਤਨਾਮ ਸ੍ਰੀ। 3-4 ਵਾਰੀ ਇਹਨਾਂ ਨੇ ਬੇਨਤੀਆਂ ਕੀਤੀਆਂ ਵੀ ਮਹਾਰਾਜ, ਹੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਸਾਨੂੰ ਲੱਭ ਜਾਵੇ। ਰੱਖਿਆ ਤਾਂ ਗੁਰੂ ਤੇਗ ਬਹਾਦਰ ਜੀ ਨੇ, ਉਹਨਾਂ ਨੂੰ ਕਹਿੰਦਾ ਹੀ ਨਹੀਂ। ਕਹੋ ਸਤਨਾਮ ਸੀ। 9ਵੀਂ ਜੋਤ ਆਪਦੇ ਵੀ ਸਮਝਦਾ ਸੀ ਨਾ। ਕਿਸੇ ਸਿਆਣੇ ਨੇ ਕਿਹਾ, ਧੀਰਮਲ ਜੀ ਗੁਰੂ ਤੇਗ ਬਹਾਦਰ ਨੂੰ ਗੁਰੂ ਮੰਨ ਲਓ। ਹੁਣ ਤੁਸੀਂ 8ਵੇਂ ਤੋਂ ਬਾਅਦ 9ਵੇਂ ਪਾਤਸ਼ਾਹ ਜੀ ਦੇ ਪ੍ਰਤੀ ਅਰਦਾਸ ਕਰੋ ਕਿ ਮਹਾਰਾਜ ਸਹਾਇਤਾ ਕਰੋ, ਜੇ ਗ੍ਰੰਥ ਸਾਹਿਬ ਇਹਦੇ ਵਿੱਚ ਹੈ ਤਾਂ ਸਾਨੂੰ ਦਬਾਓ। ਤੇ ਫਿਰ ਜਦੋਂ 9ਵੇਂ ਪਾਤਸ਼ਾਹ ਨੂੰ ਗੁਰੂ ਮੰਨ ਕੇ ਅਰਦਾਸ ਕੀਤੀ, ਫਿਰ ਟੋਭਿਆਂ ਨੇ ਜਾ ਕੇ ਥੱਲੇ ਹੱਥ ਮਾਰ ਕੇ ਫਰੋਲਣਾ ਸ਼ੁਰੂ ਕੀਤਾ। तो बरेती दे विच हथ मारदिया होया मंजी साहब दा पावा हथ आ गया। कहो सतनाम श्री। फिर उथों बरेती पासे कीती और बरेती विचों मंजी साहब बाहर कढ़ के समेत ग्रंथ साहब जी दे बाहर लियांदा। जो किनारे ते लिया के रखिया उतों रुमाले लाहे, रुमाले गिले, कपड़े गिले आ। जब ग्रंथ साहब जी नूं प्रकाश करके देखिया ते अखरां तक पानी नहीं पहुंचिया। बाहरला हाशिया 3 उंगलां खाली छड्डिया हुंदा हैगा। पुरातन बीड़ा तुसीं देखो, तिन्ने पासिओं चारे पासिओं बाहरों 3 उंगलां खाली छड्डिया हुंदा, विचाले लिखे हुंदे अखर। केवल हाशिए तक ही पानी माड़ा मोटा गिला कर सकिया, अखरां नूं नहीं कुछ नुकसान पहुँचाया, क्योंकि गुरु दा हुक्म सी। कहो सतनाम श्री। इस करके मनुख संसारी तौर ते किड्डा भी सियाणा हो जे, सहस सियाणपा लख होहे, तो एक न चलै नाल। किव सचियारा होई है, किव कूड़ा टुटे पाल, ते पातशाह कहते हुक्म रजाई चलना। अगला ये प्रश्न ते पिछे जवाब है, हुक्म रजाई चलना। केड़ा हुक्म?
तेरे अंदर भी आवेगा। अपनी जमीर दी आत्मा दी आवाज़ सुन। नानक लिखिया नाल तेरे नाल ही है। खैर मेरे प्रीतम जी कहने भलिओ, पुन दान चंगियाइयां बिन साचे क्या तास, इन्हां दा कोई फल नहीं गा। जिवें जीरो लिख दिओ कोई मुल नहीं, ਉਹਦੇ मगर एक होर लिख दिओ कोई मुल नहीं। जीरों मगर हज़ारां जीरों लिख दिओ कोई मुल नहीं। जीरो वटा जीरो ही रहना। को सतनाम श्री। पर जे जीरो के मूहरे एका लग गया, ਉਹੀ जीरो 10 गुना हो जानी आ। ਉਹਦੇ मगर एक होर लग गई 100 गुना हो जानी आ। तीजी लाती 1000 गुना हो जानी आ। इस करके मुंधे गुण दासी सुख होए। हे जीव इस्त्री, तू गुण भी ग्रहण कर ते नाल निमरता भी रख ते गुरु दे लड़ लग। कहो सतनाम श्री। प्रीतम जी कहते बिन साचे के आतास, जे मालक नाल नहीं जुड़ना, जे मालक दे हुक्म अंदर नहीं चलना, की फायदा इन्ना पुन दान दा, इन्ना चंगियाइयां दा? की फायदा धूणियां तापन दा, जल धारे करन दा, तीर्थां ते जाण दा, वर्त रखण दा? की फायदा जे तू मालक दे हुक्म अंदर नहीं चलदी? प्रिथी चंद भी तो गुरु का पुत्र है ना, बड़ा सियाना सीगा, लेकिन गुरु रामदास जी के हुक्म अंदर नहीं चलिया। कोई सतनाम श्री। गुरु रामदास पिता का हुक्म नहीं मन्नियागा। ते गुरु अर्जन देव जी भी उन्होंने पुत्र है, उन्होंने हुक्म मन्निया। बस हुक्म मन्निया भाई है। सो सिख सखा बंद पै भाई, जे गुर के भाणे विच आवे, अपने भाणे जो चले भाई, बिछड़ चोटा खावे, बिन सतगुर सुख कदे न पावे भाई, फिर पछोतावे। प्रीतम जी कहते बिन साचा क्या तास, जेहा राधै तेहा लुणै। जे मूरे आड़ा लग जावे फिर हुंदा आराधना सिमरना। इत्थे अरारे करना धद्दे दलाइयां राध है। इस राधे का मतलब है बीजना। कह लगे जेहो जिहा कर्म कोई करदा उहनूं उहे जिहा फल भोगना पैंदा है। जेहा राध है तेहा लुणै। लुणना हुंदा वढना। कातिक कर्म कमावने दोष न काहू जोग, परमेश्वर ते भुलिया बेअपन सभे लोग। प्रीतम जी कहते जेहा राधै तेहा लुणै, बिन गुण जन्म विनाश। जे तेरे अंदर गुण नहीं तो तेरा मनुखा जीवन विनाश वाल जा रहा, खात्मे वाल जा रहा। इहदा कोई फायदा नहीं घटिया। नरू मरै नर काम न आवे, पशु मरै 10 काल सवारै। नरू ते नर, नर दे विच नरू की है? गुण। इत्थे ये नहीं कहा कि बंदा मरिया तो बंदा किसी काम नहीं आया, नहीं। ऐ तो फिर महापुरुष भी शरीर छड्डदे आ। उन्हां दा जीवन अज भी असीं याद करते हैं। छोटे साहिबजादे, वड्डे साहिबजादे, वो शहीद जिन्हां ने देश नूं सुख देण वास्ते अपने जीवन कुर्बान कर दिते। ऋषि मुनि महापुरुष रब दे प्यारे संत अतर सिंह वर्गे, ईश्वर सिंह बाबा जी वर्गे, होर कितने उन्हां शरीर तां काम आ गया दुनिया दे। पर इत्थे फिर किहनूं कहा नरू मरै नर काम ना आवे? जिस मनुख दे विचों नरू मनुखा वाले गुण खत्म हो जान। कहो सतनाम श्री। करतूत पशु की, जिहदा जीवन पशुआं वर्गा होवे, ओनू कहा इत्थे नरू मरे नर काम ना आवे। जिस मनुख दे विचों मनुखा इंसानियत मर जावे, मनुखा वाले गुण मर जाण। ते मनुख का गुण की है? दया, कपा, संतोख, सूत, जत, गंढी, 7 वट जिहदे विचों निकल जाण। जिवें अज दीआं सरकारां चों निकल चुके हैं ते पशुआं वाली बीती धार चुके न। एवें नहीं किहा राजे शीह मुकदम कुत्ते, राजियां नूं बघियाड़ ताईं कहना पिया बाबे नानक नूं। ते उन्हां दे वजीर मंत्री भी उन्हां दे पिछे उन्हां दी बोली बोलदे आ ते उन्हां नूं भी बघियाड़ां तो छोटा हुंदा कुत्ता। कहो सतनाम सी। जिहड़े राजे ने वो जनता नूं लुੱਟਣ लगे बघियाड़ दा रूप धार के, ते उन्हां दे अहलकार, उन्हां दे मुलाजिम, उन्हां दे जिहड़े नौकर चाकर है वो भी कुत्तियां दी तरह बचिया खुचिया माल लुੱਟਣ लगे जनता तो। कहो सतनाम श्री। बाबा नानक चलिया करो राजे शीह मुकदम कुत्ते, जाए जगान बैठे सुट्टे बाबर जाबर, आदि आदि सब दे मूँह ते कहा मेरे प्रीतम ने। खैर मनोबिरतियां उत्थे रखीए।
ਇਸ ਮਨੁੱਖ ਦੇ ਅੰਦਰ ਭਾਵੇਂ ਕਿੱਡਾ ਵੀ ਸਿਆਣਾ ਕਿਉਂ ਨਾ ਹੋ ਜਾਵੇ, ਦੁਨੀਆ ਨੂੰ ਭੁਲੇਖੇ ਵਿੱਚ ਪਾਉਂਦਾ ਫਿਰੇ, ਪਰ ਰੱਬ ਨਹੀਂ ਭੁਲੇਖੇ 'ਚ ਪੈਂਦਾ ਕਿਸੇ ਦੇ। ਪਰਮੇਸ਼ਰ ਨਹੀਂ ਭੁੱਲਦਾ, ਉਹ ਸਭ ਜਾਣਦਾ ਇਹਦੇ ਅੰਦਰ ਕੀ ਚੱਲਦਾ ਹੈ। ਜਿਹਾ ਇਰਾਦਾ ਫਿਰ ਜਿਹੋ ਜਿਹਾ ਬੀਜਦਾ ਉਹਨੂੰ ਵੱਢਣਾ ਪੈਂਦਾ ਇੱਕ ਦਿਨ। ਤੇਹਾ ਲੁਣੈ, ਵੱਢਣਾ ਪੈਂਦਾ, ਇਕੱਠਾ ਕਰਨਾ ਪੈਂਦਾ। ਬੀਜੇ ਹੋਏ ਕੰਡੇ ਆਪਦੇ ਹੱਥਾਂ ਨਾਲ ਚੁੱਕਣੇ ਪੈਂਦੇ ਆ ਫਿਰ ਉਸਨੂੰ। ਕਹੋ ਸਤਨਾਮ ਸ੍ਰੀ। ਜਿਹਾ ਇਰਾਦਾ ਤੇਹਾ ਲੁਣੈ, ਬਿਨ ਗੁਣ ਜਨਮ ਵਿਨਾਸ਼। ਗੁਣਾਂ ਤੋਂ ਬਗੈਰ ਇਹ ਮਨੁੱਖਾ ਜੀਵਨ ਦਾ ਕੀ ਫਾਇਦਾ। ਨਰੂ ਮਰੇ ਨਰ ਕਾਮ ਨਾ ਆਵੇ, ਤੇਰੇ ਨਾਲ ਪਸ਼ੂ ਚੰਗੇ ਆ। ਉਹ ਪਸ਼ੂ ਮਰੇ 10 ਕਾਜ ਸਵਾਰੇ, ਉਹਦੇ ਚਮੜੇ ਦੇ ਜੋੜੇ ਬਣਾ ਕੇ ਆਪਾਂ ਪਾਈ ਫਿਰਦੇ ਆ, ਉਹਦੀਆਂ ਹੱਡੀਆਂ ਵੀ ਕੰਮ ਆਉਂਦੀਆਂ। ਤੇਰਾ ਕੀ ਕੰਮ ਆਇਆ ਬਈ? ਚੱਕ ਕੇ ਮਚਾਤਾ ਅੱਗ ਦੇ ਵਿੱਚ। ਕੋ ਸਤਨਾਮ ਸੀ। ਜਦੋਂ ਕੰਮ ਆਉਣਾ ਸੀ ਉਦੋਂ ਕੰਮ ਕੀਤਾ ਨਹੀਂ ਕੋਈ ਚੱਜ ਦਾ। ਉਹ ਦੁਨੀਆ ਨੂੰ ਦੁੱਖ ਦਿੰਦਾ ਰਿਹਾ, ਕਿਉਂਕਿ ਤੇਰੇ ਅੰਦਰ ਮਨੁੱਖਾਂ ਵਾਲੀ ਇਨਸਾਨੀਅਤ ਮਰ ਚੁੱਕੀ ਸੀ। ਮੇਰੇ ਪ੍ਰੀਤਮ ਜੀ ਕਹਿੰਦੇ, ਮੁੰਦੇ ਗੁਣ ਦਾਸੀ ਸੁਖ ਹੋਏ ਤਾਂ ਤੇ ਹੈ ਜੀਵ ਇਸਤਰੀ। ਹੈ ਭਾਈ, ਮੁੰਦ ਇਸਤਰੀ ਹੈ, ਪਰ ਇੱਥੇ ਮੁੰਦ ਤਾਂ ਕਿਹਾ ਜਿਹੜੀ ਸੰਸਾਰ ਦੇ ਨਸ਼ਿਆਂ ਵਿੱਚ ਗਲਤਾਨ ਹੈ, ਜਿਹਨੂੰ ਮਾਲਕ ਦੀ ਗੱਲ ਭੁੱਲ ਚੁੱਕੀ ਹੈ, ਜਿਹੜੀ ਮਾਲਕ ਦੀ ਗੱਲ ਨਹੀਂ ਮੰਨਦੀ, ਆਪਣੀ ਮਨਮਰਜ਼ੀ ਤੇ ਉਤਰੀ ਹੋਈ ਹੈ, ਉਹਨੂੰ ਕਿਹਾ ਮੁੰਦੇ। ਮੁੰਦ ਹੈ ਗੁਣ ਦਾਸੀ ਸੁਖ ਹੋਏ। ਹੈ ਭਾਈ, ਤੂੰ ਗੁਣ ਗ੍ਰਹਿਣ ਕਰਤੇ ਮਾਲਕ ਨਾਲ ਜੁੜ, ਨਿਮਰਤਾ ਵੀ ਰੱਖ, ਦਾਸੀ ਭਾਵ ਵੀ ਰੱਖ, ਨਿਮਰਤਾ। ਅਵਗੁਣ ਤਿਆਗ ਸਮਾਈਐ, ਮਾੜੀ ਸੋਚ ਨੂੰ ਤਿਆਗ ਦੇ, ਔਗੁਣਾਂ ਨੂੰ ਛੱਡ ਦੇ। ਜੇ ਮਾਲਕ ਵਿੱਚ ਮਿਲਣਾ ਤਾਂ ਗੁਰਮਤ ਪੂਰਾ ਸੋਏ, ਗੁਰਮਤ ਨੂੰ ਗ੍ਰਹਿਣ ਕਰ ਲਾ। ਇਹ ਗੁਰਮਤ ਹੀ ਤੈਨੂੰ ਉਹਦੇ ਵਿੱਚ ਮਿਲਾ ਸਕਦੀ ਹੈ, ਪੂਰੇ ਵਿੱਚ ਤੈਨੂੰ ਪੂਰਾ ਕਰਕੇ ਉਹਦੇ ਵਿੱਚ ਮਿਲਾਵੇਗੀ। ਰਵਿਦਾਸ ਜੀ ਵੀ ਕਹਿੰਦੇ ਆ, ਬਹੁਤ ਚਿਰ ਹੋ ਗਿਆ ਵਿਛੜਿਆ ਨੂੰ, ਹੁਣ ਤਾਂ ਮਿਲਾ ਲਾ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਇਹ ਰਵਿਦਾਸ ਬੇਨਤੀ ਕਰਦਾ, ਬੜਾ ਚਿਰ ਹੋ ਗਿਆ, ਹੁਣ ਮੈਨੂੰ ਪੂਰਾ ਕਰ ਲੈ। ਕਹੋ ਸਤਨਾਮ, ਆਪਦੇ ਵਿੱਚ ਮਿਲਾ ਲੈ, ਕਿਉਂਕਿ ਅਧੂਰਾ ਤਾਂ ਅਧੂਰਾ ਹੀ ਹੁੰਦਾ। ਗੁਰਮਤ ਪੂਰਾ ਸੋਏ, ਪੂਰੇ ਕਾ ਕੀਆ ਸਭ ਕੁਝ ਪੂਰਾ। ਜਦੋਂ ਉਸ ਪੂਰੇ ਦੇ ਨਾਲ ਜੁੜਾਂਗੇ ਫਿਰ ਸਾਨੂੰ ਉਹ ਪੂਰਾ ਕਰਦਾ ਹੈ। ਰਹਾਓ ਬਿਨ ਰਾਸੀ ਵਾਪਾਰੀਆਂ, ਤੱਕੈ ਕੁੰਡਾ ਚਾਰ। ਨਹੀਂ ਤਾਂ ਮਨੁੱਖ ਦਾ ਜੀਵਨ ਏਦਾਂ ਦਾ ਹੈ। ਕਿੱਦਾਂ ਦਾ ਭਲਾ? ਜਿਵੇਂ ਕੋਈ ਵਪਾਰੀ ਬਾਜ਼ਾਰ ਦੇ ਵਿੱਚ ਸੌਦਾ ਖਰੀਦਣ ਜਾਵੇ ਤੇ ਜੇਬ 'ਚ ਪੈਸੇ ਨਾ ਹੋਣ, ਫਿਰ ਖੜਾ ਝਾਕੂਗਾ ਨਾ ਆਸੇ ਪਾਸੇ, ਦੂਜਾ ਤਾਂ ਫਿਰ ਦਿੰਦਾ ਨਹੀਂ ਆਪਾਂ ਨੂੰ, ਹਿਸਾਬ ਦਾ ਪੈਸਾ ਦਿੰਦਾ ਨਹੀਂਗਾ। ਇਸ ਕਰਕੇ ਇਹ ਮਨੁੱਖਾ ਜੀਵਨ ਸਾਡਾ ਉਸ ਵਪਾਰੀ ਵਰਗਾ ਜਿਹਦੀ ਜੇਬ ਲੁੱਟੀ ਜਾਵੇ। ਤੇ ਸਾਡਾ ਕੀ ਲੁੱਟਿਆ ਜਾ ਰਿਹਾ? ਸਵਾਸਾਂ ਦੀ ਪੂੰਜੀ। ਜਦ ਸਵਾਸਾਂ ਦੀ ਪੂੰਜੀ ਖਤਮ ਹੋ ਗਈ, ਫਿਰ ਸੰਸਾਰ ਦੇ ਵਿੱਚੋਂ ਨਾਮ ਦੀ ਪੂੰਜੀ ਇਕੱਠੀ ਨਹੀਂ ਕੀਤੀ, ਕਿਉਂਕਿ ਪੈਸੇ ਵੱਟੇ ਕੋਈ ਚੀਜ਼ ਖਰੀਦਦੇ ਆ, ਪਰ ਨਾਮ ਜਿਹੜਾ ਉਹ ਪੈਸੇ ਵੱਟੇ ਨਹੀਂ ਖਰੀਦਿਆ ਜਾਂਦਾ, ਉਹ ਸਵਾਸਾਂ ਵੱਟੇ ਖਰੀਦਿਆ ਜਾਂਦਾ। ਜਪ ਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਇਹ ਤਾਂ ਸਵਾਸਾਂ ਨਾਲ ਲਿਆ ਜਾਊਗਾ ਨਾ, ਪੈਸਿਆਂ ਨਾਲ ਤਾਂ ਨਹੀਂ ਮਿਲਦਾ। ਰੈਡੀਮੇਡ ਰੱਬ ਨਹੀਂ ਮਿਲਦਾਗਾ, ਇਹ ਤਾਂ ਤੁਹਾਨੂੰ ਤਿਆਰ ਕਰਨਾ ਪੈਣਾ ਆਪਣੇ ਅੰਦਰੋਂ ਆਪੇ, ਨਾਮ ਜਪ ਜਪ ਕੇ। ਮੇਰੇ ਪ੍ਰੀਤਮ ਜੀ ਕਹਿੰਦੇ, ਬਿਨ ਵਰਾਸੀ ਵਪਾਰੀਆ, ਜਿਵੇਂ ਕੋਈ ਵਪਾਰੀ ਜਿਹਦੇ ਕੋਲ ਪੈਸੇ ਨਾ ਹੋਣ, ਤੱਕੇ ਕੁੰਡਾ ਚਾਰ, ਉਹ ਚਾਰ ਛਪੇਰੇ ਝਾਕਦਾ ਵੀ ਹੁਣ ਕੀ ਕਰਾਂ। ਤੇ ਪਾਤਸ਼ਾਹ ਫਿਰ ਜਵਾਬ ਦਿੰਦੇ ਆ, ਜਦੋਂ ਸਮਾਂ ਸੀਗਾ ਉਦੋਂ ਤੂੰ ਨਹੀਂ ਸਮਝਿਆ ਤੇ ਹੁਣ ਮੈਂ ਕੀ ਕਰਾਂ। ਕਹੋ ਸਤਨਾਮ। ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਜੋ ਸਾਡੇ 'ਚ ਗਲਤੀ ਹੈ, ਫਿਰ ਗੁਰੂ ਉੱਥੇ ਕੀ ਕਰੇ ਬਈ। ਅੰਧੇ ਇੱਕ ਨਾ ਲਾਗੇ ਜੋ ਬਾਂਸ ਵਜਾਈਆ ਫੂਕ। ਜਦੋਂ ਇਹ ਮਨੁੱਖ ਧਰਮਰਾਜ ਦੀ ਕਚਹਿਰੀ ਵਿੱਚ ਖੜਾ ਝਾਕਦਾ, ਆਸੇ ਪਾਸੇ ਬਚਾਉਣ ਵਾਲਾ ਕੋਈ ਨਹੀਂ, ਤੇ ਜਿਹਨੂੰ ਬਚਾਉਣਾ ਸੀ ਉਹਨੂੰ ਯਾਦ ਨਹੀਂ ਕੀਤਾ। ਮੂਲ ਨਾ ਬੁੱਝੇ ਆਪਣਾ ਵਸਤਰ ਹੀ ਘਰਵਾਰ। ਜਦੋਂ ਸਮਾਂ ਸੀਗਾ ਉਦੋਂ ਆਪਣੇ ਆਪ ਨੂੰ ਪਛਾਣਿਆ ਨਹੀਂਗਾ, ਉਦੋਂ ਆਪਣੇ ਆਪੇ ਦੀ ਖੋਜ ਨਹੀਂ ਕੀਤੀ। ਮੈਂ ਕੌਣ ਆ, ਕਿੱਥੋਂ ਆਇਆ, ਕੀ ਲੈਣ ਆਇਆ, ਮੇਰਾ ਕੰਮ ਕੀ ਹੈ, ਉਦੋਂ ਤੂੰ ਸੋਚਿਆ ਨਹੀਂਗਾ। ਤੇ ਹੁਣ ਤੈਨੂੰ ਕੌਣ ਬਚਾਵੇ। ਉਦੋਂ ਵਪਾਰ ਕੀਤਾ ਨਹੀਂ, ਉਦੋਂ ਪੂੰਜੀ ਐਵੇਂ ਗਾਲਤੀ ਸਾਰੀ। ਮੰਨ ਲਓ 100 ਸਾਲ ਦੀ ਉਮਰ ਹੈ ਮਨੁੱਖ ਦੀ, ਅੱਧੀ ਤਾਂ ਇਹਨੇ ਸੌਂਕੇ ਗਵਾਤੀ।
बाकी रह गए 50 साल। कहो सतनाम सी। क्योंकि 12 घंटे ਆਪਾਂ ਸੌਣ ਨੂੰ ਮਿਲਦੇ ਆ, 12 ਘੰਟੇ ਕੰਮ ਕਰਨ ਨੂੰ। 24 ਘੰਟਿਆਂ 'ਚ ਉਹਦੀ ਤਾਂ ਮੰਨ ਲਓ ਗਈ, ਬਾਕੀ ਰਹਿ ਗਏ 50 ਸਾਲ। ਤੇ ਬਚਪਨ ਦੇ ਵਿੱਚ ਅਕਲ ਨਹੀਂ ਸੀ, 10-15 ਸਾਲ ਉਹ ਟੱਪ ਗਏ ਸਾਡੇ। ਤੇ ਬੁਢਾਪੇ ਦੇ ਵਿੱਚ ਜਾ ਕੇ ਗੁਰੂ ਪਿਆਰਿਓ 70 ਕਾ ਮਤਹੀਣ, 25-30 ਸਾਲ ਬੁਢਾਪੇ ਦੇ ਵਿੱਚ ਦਿਮਾਗ ਕੰਮ ਛੱਡ ਜਾਂਦਾ, ਕੰਨ ਕੰਮ ਛੱਡ ਜਾਂਦੇ ਹੈ, ਕਫ ਕੰਠ, ਗਲੇ 'ਚ ਰੇਸ਼ਾ ਭਰਦਾ, ਬੋਲਿਆ ਨਹੀਂ ਜਾਂਦਾ, ਕਫ ਕੰਠ ਵਿਰੁੱਧੋ ਨੈਣੋ ਨੀਰ ਧਰੇ, ਅੱਖਾਂ 'ਚੋਂ ਪਾਣੀ ਵਗਦਾ ਹੈ, ਤਾਵਰੇ ਧਰਮ ਕੀ ਆਸ ਕਰੇ। ਤਾਂ ਇਸ ਕਰਕੇ ਗੁਰੂ ਪਿਆਰਿਓ ਅਸੀਂ ਦੇਖਦੇ ਹਾਂ, ਚਲੋ ਫਿਰ ਵੀ ਠੀਕ ਹੈ, ਬਾਬਾ ਜੀ ਵੀ ਬਖਸ਼ਦੇ ਆ, ਕਹਿੰਦੇ ਕੋਈ ਨਹੀਂ ਫਰੀਦਾ, ਫਰੀਦ ਕਹਿੰਦੇ ਕਾਲੀ ਜਿੰਨੀ ਨਾ ਰਾਵੇ ਆ ਧੌਲੀ ਰਾਵੇ ਕੋਈ। ਕਹਿੰਦੇ ਜਿਨ੍ਹਾਂ ਨੇ ਜਵਾਨੀ ਵੇਲੇ ਨਹੀਂ ਜਪਿਆ ਹੁਣ ਉਹ ਬੁਢਾਪੇ ਵੇਲੇ ਜਾਂਦੇ ਆ ਜਪਣ ਵਾਸਤੇ। ਕੀ ਫਾਇਦਾ, ਜਵਾਨੀ ਵੇਲੇ ਕਿਉਂ ਨਹੀਂ ਯਾਦ ਕਰਦਾ ਤੂੰ? ਕਰ ਸਾਈ ਸੋ ਪਿਰਹੜੀ ਰੰਗ ਨਵੇਲਾ ਹੋਏ, ਜਵਾਨੀ ਵੀ ਜਪ ਲਾ। ਬਾਬਾ ਗੁਰੂ ਅਮਰਦਾਸ ਜੀ ਕਹਿੰਦੇ ਕੋਈ ਨਹੀਂ ਫਰੀਦ ਇਹਨਾਂ ਨਾ ਝਿੜਕ। ਮਹੱਲਾ ਤੀਜਾ। ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਕੋਈ ਨਹੀਂ, ਜੇ ਬੁਢਾਪੇ 'ਚ ਯਾਦ ਕਰ ਲੈ ਤਾਂ ਵੀ ਚੰਗੀ ਗੱਲ ਹੈ। ਗੁਰੂ ਗੋਬਿੰਦ ਸਿੰਘ ਜੀ ਕਿੰਨੀ ਬਖਸ਼ਿਸ਼ ਕਰਦੇ ਆ, ਕਹਿੰਦੇ ਉਹ ਜੇ ਤੂੰ ਮਰਦਾ ਵੀ ਮੈਨੂੰ ਆਵਾਜ਼ ਮਾਰ ਲੈ, ਮੈਂ ਤੈਨੂੰ ਕੱਢ ਕੇ ਲੈ ਜਾਊਂਗਾ ਦੁਨੀਆ 'ਚੋਂ। ਕੋ ਸਤਨਾਮ ਸ੍ਰੀ। ਏਕ ਚੀਤ ਜਿਹੇ ਇੱਕ ਛਿਨ ਧਿਆਇਓ, ਕਾਲ ਫਸ ਕੇ ਵਿੱਚ ਨਾ ਆਇਓ। ਅਜਾਮਲ ਨੇ ਮਰਦੇ ਹੋਏ ਨੇ ਆਵਾਜ਼ ਮਾਰੀ ਸੀ, ਨਰੈਣ ਬਚਾਓ ਨਰੈਣ ਬਚਾਓ। ਭਾਵੇਂ ਕਿਉਂ ਨਹੀਂ ਆਪਣੇ ਬੱਚੇ ਨੂੰ ਆਵਾਜ਼ਾਂ ਮਾਰੀਆਂ, ਸਾਧੂਆਂ ਦੀ ਜੁਗਤੀ ਸੀ ਇਹ। ਪਰ ਨਰੈਣ ਦਾ ਨਾਮ ਸੁਣ ਕੇ ਤਾਂ ਜਮਦੂਤ ਵੀ ਭੱਜ ਗਏ। ਯਾਰ ਕਹਿੰਦੇ ਇਹ ਤਾਂ ਭਗਤ ਹੈ, ਆਪਾਂ ਭੁਲੇਖੇ ਨਾਲ ਗਲਤੀ ਨਾਲ ਆ ਗਏ। ਕਹੋ ਸਤਨਾਮ, ਇਹ ਤਾਂ ਨਰੈਣ ਜਪੀ ਜਾਂਦਾ। ਛੱਡ ਕੇ ਤੁਰ ਗਏ ਤੇ ਪਰਮੇਸ਼ਰ ਦੇ ਗਣ ਆਏ ਦੇਵਲੋਕ ਦੇ, ਔਰ ਅਜਾਮਲ ਨੂੰ ਆਪਣੇ ਦੇਸ਼ ਲੈ ਗਏ। ਪਰਮੇਸ਼ਰ ਦਾ ਨਾਮ ਕਿੰਨੀ ਪਾਵਰ ਰੱਖਦਾ। ਕਹੋ ਸਤਨਾਮ ਸ੍ਰੀ। ਲਖਮਣ ਮੜੀਆਂ ਕਰ ਇਕੱਠੇ, ਏਕ ਰੱਤੀ ਲੈ ਭਾਹੇ। ਜਿਵੇਂ ਲੱਖਾਂ ਮਨ ਲੱਕੜਾਂ ਨੂੰ ਇੱਕ ਰੱਤੀ ਅੱਗ ਦੀ ਸਾੜ ਕੇ ਸਵਾਹ ਕਰਦੇ, ਪਰਮੇਸ਼ਰ ਦਾ ਨਾਮ ਇੰਨੀ ਪਾਵਰ ਰੱਖਦਾ। ਪਰ ਕੋਈ ਯਾਦ ਕਰੇ ਮਰਦਾ ਫੇਰ ਹੀ ਹੈ ਨਾ। ਪਰ ਇਹ ਨਹੀਂ ਪਤਾ ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਹਿ ਮਨੋ ਨਾ ਵਿਸਰੈ ਤੇ ਸਹਿਲਾ ਮਰਨਾ ਹੋਏ। ਪ੍ਰੀਤਮ ਜੀ ਕਹਿੰਦੇ ਇਹ ਮਨੁੱਖ ਜਿਹੜਾ ਹੈ ਬਿਨ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ। ਅਖੀਰ ਧਰਮਰਾਜ ਦੀ ਦਰਗਾਹ ਵਿੱਚ ਫਿਰ ਝਾਕਦਾ ਆਸੇ ਪਾਸੇ ਜਦੋਂ ਪੈਂਦੀਆਂ, ਫਿਰ ਕੋਈ ਬਚਾਉਣ ਵਾਲਾ ਨਹੀਂ। ਕਿਉਂਕਿ ਮਾਤ ਲੋਕ ਵਿੱਚ ਰਹਿੰਦਿਆਂ ਹੋਇਆ ਇਹਨੇ ਆਪਣੇ ਆਪ ਨੂੰ ਪਛਾਣਿਆ ਨਹੀਂ। ਮੋਲ ਨਾ ਬੁੱਝੈ ਆਪਣਾ ਵਸਤ ਰਹੀ ਘਰਵਾਰ, ਵਿਨ ਵੱਖਰ ਦੁੱਖ ਅਗਲਾ। ਵੱਖਰ ਹੁੰਦਾ ਵਪਾਰ ਸੌਦਾ, ਵੰਜ ਕਰੋ ਵਣਜਾਰਿਓ, ਵੱਖਰ ਲਹੋ ਸੰਭਾਲ। ਸੌਦਾ ਵੀ ਹੈ ਤੇ ਸੌਦਾ ਪੈਸਿਆਂ ਵਿੱਚ ਵੀ ਹੈ, ਕਿਉਂਕਿ ਪੈਸੇ ਹੋਣਗੇ ਤੇ ਸੌਦਾ ਮਿਲੂਗਾ, ਸੌਦਾ ਵੇਚ ਕੇ ਪੈਸੇ ਵਟ ਸਕਦੇ ਆ। ਸਵਾਸਾਂ ਨੂੰ ਸੰਭਾਲੀਏ, ਸਾਸ ਸਾਸ ਸਿਮਰੋ ਗੋਬਿੰਦ, ਮਣੀ ਅੰਤਰ ਕੀ ਉਤਰੈ ਚਿੰਦ। ਜਿੰਨਾ ਸਾਸ ਗਿਰਾਸ ਨਾ ਬਿਸਰੈ, ਹਰ ਨਾਮਾ ਮਨ ਮੰਤ। ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਵੰਜ ਕਰੋ ਵਣਜਾਰਿਓ, ਵੱਖਰ ਲਹੋ ਸੰਭਾਲ। ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭ ਹੈ ਨਾਲ। ਸੌਦਾ ਉਹ ਖਰੀਦੋ ਜਿਹੜਾ ਤੁਹਾਡੇ ਨਾਲ ਜਲਿਆ ਜਾਵੇ। ਪੂੰਜੀ ਤਾਂ ਤੁਹਾਡੀ ਖਰਚ ਹੋ ਹੀ ਜਾਣੀ ਆ, ਪੈਸਾ ਤਾਂ ਲੱਗ ਹੀ ਜਾਣਾ, ਘਰੇ ਪਿਆ। ਕਿਤੇ ਚੱਜ ਦੇ ਕੰਮ ਤੇ ਲਾ ਦਿਓ, ਕਿਤੇ ਐਸਾ ਨਾ ਹੋਵੇ ਕਿਸੇ ਬਿਮਾਰੀ ਤੇ ਲੱਗ ਜੇ। ਕੋ ਸਤਨਾਮ ਸ੍ਰੀ। ਸਵਾਸਾਂ ਨੇ ਤਾਂ ਚੱਲਦੇ ਰਹਿਣਾ, ਖਰਚ ਹੁੰਦੇ ਰਹਿਣਾ। ਪਰ ਕਿਉਂ ਨਾ ਇਹਨਾਂ ਸਵਾਸਾਂ ਨੂੰ ਅੰਮ੍ਰਿਤ ਵੇਲੇ ਉੱਠ ਕੇ 24 ਘੰਟਿਆਂ 'ਚੋਂ 10ਵਾਂ ਹਿੱਸਾ, ਘੱਟੋ ਘੱਟ 2.5 ਘੰਟੇ ਜਿਹੜੇ ਹੈ ਗੁਰੂ ਪਿਆਰਿਓ ਅਸੀਂ ਸਿਮਰਨ ਤੇ ਲਾ ਦਈਏ, ਤਾਂ ਤੁਹਾਡੇ ਓਨੇ ਕੁ ਪੈਸੇ ਜਮ੍ਹਾਂ ਹੋ ਗਏ। ਜਿਵੇਂ ਤਨਖਾਹ 'ਚੋਂ ਜਮ੍ਹਾਂ ਕਰ ਦਿਓ, ਔਖੇ ਵੇਲੇ ਕੰਮ ਆਉਣਗੇ। ਕੀ ਕਦੇ ਪੂੰਜੀ ਸਵਾਸ ਵੀ ਜਮ੍ਹਾਂ ਕੀਤੇ ਆ? ਇਹ ਜਮ੍ਹਾਂ ਹੁੰਦੀ ਆ ਨਾਮ ਜਪਿਆ। ਮੇਰੇ ਪ੍ਰੀਤਮ ਜੀ ਕਹਿੰਦੇ ਬਿਨ ਵੱਖਰ ਦੁੱਖ ਅਗਲਾ। ਜੇ ਤੁਸੀਂ ਸਵਾਸਾਂ ਦੇ ਨਾਲ ਨਾਮ ਇਕੱਠਾ ਨਾ ਕੀਤਾ, ਫਿਰ ਅੱਗੇ ਬੜਾ ਦੁੱਖ ਭੋਗਣਾ ਪੈਣਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਬਲਦ ਬਣਾ ਕੇ ਗੱਡੇ ਵੀ ਜੋੜਿਆ ਜਾਵੇਗਾ ਤੇ ਜੋੜਿਆ ਵੀ ਹੋਣਾ ਪਹਿਲਾਂ ਕਿਸੇ ਨੇ ਆਪਾਂ ਨੂੰ, ਫਿਰ ਆਪਾਂ ਨੂੰ ਮਨੁੱਖ ਬਣਾਤਾ ਪਰਮੇਸ਼ਰ ਨੇ। ਤੇ ਕਬੀਰ ਸਾਹਿਬ ਫਿਰ ਯਾਦ ਕਰਾਉਂਦੀ ਹੈ, ਉਦੋਂ ਨਾਮ ਜਪੇਗਾ ਜਦੋਂ ਆਹ ਹਾਲਤ ਹੋਈ।
4 पैर, गुंग मुख, सिर ते सिंह उगरे आउणगे। 4 पैर होणगे, मूँह गूंगा होवेगा, फिर नाम जपेगा। 4 पैर 2 सिंह गुंग मुख, तब कैसे गुण गई है। ऊर्त बैठ ठेंगा पर है, तब कत मूड लुकई है। हर बिन बैल बराने हुई है, नाम ना जपिया ते बलद बनाऊगा तैनू फिर। ढोई भार फिर, जिन्ना हुण जवाकां दा भार ढोण ते 24 घंटे ला सकदा है। 8 घंटे माया की दिहाड़ी का कर सकदा है, 2.5 घंटे गुरु की दिहाड़ी नहीं कर सकता। तू को सतनाम श्री। घंटा तेनू सत्संग च बहना औखा लगता, पता नहीं कदों भोग पऊगा, घरे जाना सी। को सतनाम श्री। इत्थे बहना औखा लगता है। 8-8 घंटे असी एक पैर ते खड़ के माया कमाउण वास्ते तो ला सकते हैं। को सतनाम श्री। 10-10 घंटे। मेरे प्रीतम जी कहते, इस करके भलिया बिन वखर दुख अगला, बड़े दुख मिलने आगे। ये कहानी कबीर साहब ने उदों सुनाई जदों कबीर साहब उधर लहिंदे सीगे अपने हरिद्वार वाल, काशी के इलाके च रहिंदे सन। ते उत्थे ही इन्हां दी घर दे सामणों, दुकान दे सामणों, जिथे इन्हां ने खड्डी लाई सी, एक सेठ लंघदा रोज। कदे कबीर साहब के घर दे कोल दी ओह लंघदा, कदे कबीर साहब की दुकान कोल दी लंघदे आ। बस इन्हां दी नज़र जी पै गई, सेठ ते सलाह करदे आ और कहंदे आ, सेठ साहब कदे कदे सत्संग आ जा करो। वो बाबा वेले नहीं है, जवाक भी पालने, तुसीं तां वेले हो, साडा काम वेला ही लगदा लोकां नूं। कोई सतनाम सी भी ये बाबे या सारे तां वेले ही हुंदे आ। उन्हें जदों लंघना सेठ कोले रुक जाना, होर भाई साहब ठीक ठाक हो, मैं तुहानूं कहा सीगा सत्संग आया करो, उत्थे कथा चलदी है वधिया, कीर्तन चलदा। बाबा जी टाइम नहीं लगदा। हुण कबीर साहब ने जौं बाजार चों जाना, उन्होंने जरूर मिलना सेठ नूं। पता नहीं की उस ते किरपा दृष्टि पई भगत जी दी, पर उन्हें ना गल मन्नी। जदों कबीर साहब नूं आउंदे वेखना, लुक जाना, उठ के मगर चले जाना। बाबा फिर आउंदा, अज फिर कहूगा यार कल जाया नहीं गया। बड़े बहाने मारदा, समां लंघदा गया, भार ढोंदा गया, जवाक पालदा गया, दुकान चलाउंदा गया। एक दिन तो हद हो गई, जो कबीर साहब जाके दुकान ते बह गए, भाई साहब तुसीं तां बड़े ढीठ हो, आ ही नहीं मुड़ के। मैं तुहानूं रोज़ बेनती करदा, सत्संग भी करनी चाहिदी है बंदे नूं। अगों सेठ गुस्से जे हो गए, औखा जिहा हो गया, अपने बंदे नूं कहंदा, यार इह साध नूं तोर, असीं काम करने, गाहकां दी लैन लगी हुई आ। ये आप दी छेड़ के बह गया राम कथा। कबीर साहब मुड़ के ना गए, समा आया तो वह मर गया बाणिया। पर मरदा मरदा कहना, हाए जवाकां नूं सौदा कौन लिया के देऊ, मैं तो मर गया। परमेश्वर ने उहदी ये बेनती सुनी तो उहनूं उहनां दे घर विच ही गां सी सूण वाली बच्छे दे विच पाता। कहो सतनाम श्री। गां ने बच्छा दिता जी। बच्छे वाली गां लोकां नूं बड़ी चंगी लगदी, उदों बलद हुंदे, ट्रैक्टर हुंदे नहीं सीगे। बच्छा घरे पैदा हो जे गां दे, फिर तां वधिया ही गल है, पाल पोस के वधिया। तो सेठां दे बच्चा पैदा होया, तो बच्चिਆਂ ने सोचा भी बापू तो मर गया, हुण इदां करदे आ, बच्चे नूं बलद बनाउणे आ, हाली कढदे आ, गड्ढा लै लांगे। एक गड्ढा लै लिया, तकड़ा हो गया, हुण रोज़ भार ढोंदा, कहंदे सौदा कौन लिया के देऊ, ते बापू कहंदा लै फिर सौदा ही ढोला, हुण तूं को सतनाम श्री, तैनूं बलद बना दिंदे। कई जन्म है पर बिरख जोयो, बिरख बलद नूं कहंदे आ। राशियां विच एक फोटो लगी हुंदी है ना, उत्थे बिरख की राशि च बलद की फोटो लगी है, देख लियो जाके। कहो सतनाम श्री। तो कई जन बंदे नूं, साडे जीव आत्मे नूं बलद बना बना के भी जोड़िया गया होना किते, ते जोड़ूगा भी जे ना सीधे रस्ते पे। ते प्रीतम जी कहंदे जदों बलद बन गया, हुण बलद भी आखिर बुढ़ा हो गया, पर जवाक सौदा लियाउंदे आ बाजारों, थोक दे विच गड्ढा भर भर के। इन्ना वड्डी उम्र हो गई, बलद दी गड्ढा खिच्चिया नहीं जाता। एक दिन ठेबा वजिया, ठेडा वजिया तो डिग पिया बलद गोडियां ते जूला वजिया धौन ते बुड़क के, ते धौन तो रीढ़ की हड्डी टुट गई, तो हुण उठिया नहीं जाता, बलद पिया उत्थे सहकदा है। लोग इकट्ठे हो गए, बड़ा जोर लाउंदे आ ठौण दा, आरा मारदे आ। आर की हुंदी है भला? डंडे मूहरे मेख लाई हुंदी आ बलद नूं भजाउण वास्ते। कहो सतनाम श्री। आरा मारदे आ, ठुड्डे मारदे आ, नहीं उठिया जाता। कुदरती कबीर साहब भी आ गए। कबीर साहब ने देखिया भी काहदा कट्ठ जै, कहने की हो गया? कहते जी बलद दे सट बज गई, डिग पिया है, ते लगदा धौन टुट गई।
ਕਬੀਰ ਸਾਹਿਬ ਨੇ ਨੇੜੇ ਆ ਕੇ ਦੇਖਿਆ ਦਿਵ ਦ੍ਰਿਸ਼ਟੀ ਨਾਲ, ਇਹ ਤਾਂ ਉਹੀ ਸੇਠ ਲੱਗਦਾ, ਕਿਉਂਕਿ ਰੱਬ ਦੇ ਪਿਆਰੇ ਤਾਂ ਆਤਮਾ ਨੂੰ ਫੜ ਲੈਂਦੀ ਹੈ, ਕਿਹੜੀ ਆਤਮਾ ਹੈ। ਔਰ ਕਬੀਰ ਸਾਹਿਬ ਪੁੱਛਦੇ ਆ ਸੇਠਾਂ ਦਾ ਬਲਦਾ, ਕਹਿੰਦੇ ਹਾਂ ਜੀ ਉਹਨਾਂ ਸੇਠਾਂ ਦਾ ਹੈ। ਅੱਛਾ ਅੱਛਾ, ਹਾਂ ਚੱਲ ਮੈਨੂੰ ਦੋ ਗੱਲਾਂ ਕਰ ਲੈਣ ਦਿਓ। ਉਹਦੇ ਕੰਨ ਕੋਲੇ ਬੈਠ ਗਏ ਤੇ ਲੋਕਾਂ ਨੂੰ ਸੰਬੋਧਨ ਕਰਕੇ ਫਿਰ ਕਹਿੰਦੇ ਆ, ਓਏ ਤੁਸੀਂ ਨਾਮ ਉਦੋਂ ਜਪੋਗੇ ਜੋ ਤੁਹਾਡੀ ਆ ਹਾਲਤ ਹੋਈ ਵੈਸੀ। ਉਹਨੂੰ ਵੀ ਸਮਝਾਉਂਦੇ ਆ, ਤੈਨੂੰ ਉਦੋਂ ਕਹਿੰਦੇ ਸੀ ਸਤਸੰਗ ਆ ਜਾਇਆ ਕਰ, ਤੂੰ ਕਹੇ ਸੀ ਭਾਰ ਕੌਣ ਢੋਊਗਾ, ਸੌਦਾ ਕੌਣ ਲਿਆਊਗਾ, ਢੋ ਹੁਣ ਭਾਰ ਲਿਆ ਸੌਦਾ, ਹੁਣ ਡਿੱਗਿਆ ਕਿਉਂ ਪਿਆ, ਖੜਾ ਹੋ। ਪਰ ਕਿੱਥੇ ਉੱਠੇ ਵਿਚਾਰਾ, ਢੌਂ ਟੁੱਟ ਗਈ। ਜਦੋਂ ਉੱਥੇ ਸ਼ਬਦ ਉਚਾਰਿਆ, ਸਾਨੂੰ ਸਮਝਾਉਂਦਿਆਂ ਹੋਇਆਂ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਚਾਰ ਪੈਰ ਦੋ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਊਠ ਬੈਠ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ। ਉਦੋਂ ਲੁਕ ਜਾਂਦਾ ਸੀ ਦੁਕਾਨ 'ਚ ਪਿੱਛੇ, ਉਹ ਆ ਗਿਆ ਬਾਬਾ, ਫੇਰ ਕਹੂਗਾ ਤੂੰ ਕੱਲ ਆਇਆ ਨਹੀਂ ਸਤਸੰਗ 'ਚ, ਕਥਾ 'ਚ, ਕਹੋ ਸਤਨਾਮ। ਉਦੋਂ ਲੁਕ ਜਾਂਦਾ ਸੀ, ਹੁਣ ਮੂੰਹ ਲੁਕੋ ਨਾ, ਕਿੱਥੇ ਲੁਕੋਏਗਾ। ਤਬ ਕਤ ਮੂੰਡ ਲੁਕਈ ਹੈ। ਕਹਿਣ ਲੱਗੇ ਇਹ ਮਨੁੱਖ ਦੀ ਇਹ ਹਾਲਤ ਹੋਣੀ ਹੈ। ਤੇ ਬਾਬਾ ਜੀ ਕਹਿੰਦੇ ਭਲਿਆ ਵਿਨ ਵੱਖਰ ਦੁੱਖ ਅਗਲਾ, ਆਹ ਦੁੱਖ ਭੋਗਣੇ ਪੈਣੇ ਆ। ਕੂੜ ਮੁੱਠੀ ਕੁੜਿਆਰ, ਝੂਠ ਨਾਲ ਜੁੜ ਕੇ ਝੂਠ ਵਿੱਚ ਹੀ ਜਨਮ ਧਾਰਨ ਕਰੇਗਾ। ਟੇਢੀਆਂ ਜੂਨਾਂ ਝੂਠੀਆਂ, ਇਹ ਸਭ ਖਤਮ ਹੋਣ ਵਾਲੀਆਂ, ਜੰਮਣਾ ਮਰਨਾ ਵਿੱਚ ਪੈ ਜਾਵੇਗਾ। ਜਿਹਨੂੰ ਸਮਝ ਆਈ ਉਹ ਹੱਥ ਬੰਨ੍ਹ ਕੇ ਪੁੱਛਦਾ, ਜੀ ਕੀ ਕਰਾਂ ਫਿਰ। ਪਹਿਲੇ ਪਾਤਸ਼ਾਹ ਕਹਿੰਦੇ ਬਣ ਜਾ ਰਿਆਂ ਸਿਉ ਵਣਜ ਕਰ, ਰੱਬ ਦੇ ਪਿਆਰਿਆਂ ਦੀ ਸੰਗਤ ਕਰਿਆ ਕਰ, ਇਹਨਾਂ ਵਪਾਰੀਆਂ ਨੂੰ ਵੀ ਮਿਲਿਆ ਕਰ। ਸੁਣ ਸਾਲਸ ਤੂੰ ਜੌਹਰੀ, ਤੂੰ ਆਪਣੇ ਆਪ ਨੂੰ ਜੌਹਰੀ ਸਮਝਣਾ। ਪੱਥਰ ਇਕੱਠੇ ਕਰਕੇ ਆ ਲਾਲ ਪੀਲੇ ਜੇ, ਇਹ ਜੀ ਗੋਮੇਦ ਹੈ, ਇਹ ਪੰਨਾ ਹੈ, ਇਹ ਹੀਰਾ ਹੈ, ਇਹ ਪੱਥਰ ਹੈ ਸਾਰੇ। ਬਾਬਾ ਨਾਨਕ ਕਹਿੰਦਾ ਇਹ ਵਧੀਆ ਘਟੀਆ ਕਿਸਮ ਦੇ ਪੱਥਰ ਹਨ, ਇਹ ਤੂੰ ਪੱਥਰ, ਇਹ ਰੱਬ ਨਹੀਂ ਹੈ। ਸੁਣ ਸਾਲਸ ਤੂੰ ਜੌਹਰੀ, ਆਪਣਾ ਲਾਲ ਪਛਾਣ, ਕੂੜੇ ਪੱਥਰ ਨਾ ਗੰਢ ਬੰਨ ਲੀਜੈ ਭਲੇ ਸਿਆਣ। ਆ ਸਵਾਸ ਰੂਪੀ ਲਾਲਾਂ ਨੂੰ ਸੰਭਾਲ। ਐਵੇਂ ਡੱਬੇ ਭਰ ਭਰ ਰੱਖੇ ਆ ਜੀ, ਆ ਹੀਰਿਆਂ ਦਾ ਡੱਬਾ ਭਰਿਆ ਪਿਆ ਜੀ। ਜੈਪੁਰ ਜੋਧਪੁਰ ਜਾ ਕੇ ਦੇਖੋ, ਸਰਾਫਾਂ ਦੀ ਦੁਕਾਨਾਂ ਉੱਤੇ ਪੱਥਰ ਜੇ ਇਕੱਠੇ ਕਰ ਕਰਕੇ ਜਿਹੜੇ ਆਪਾਂ ਛਾਪਾਂ 'ਚ ਪਾਉਣੇ ਆ, ਇਹ ਸਾਰੇ ਪੱਥਰ ਹੀ ਤਾਂ ਹੈ ਨਾ। ਕਹੋ ਸਤਨਾਮ ਸ੍ਰੀ। ਅਸਲੀ ਲਾਲ ਤੇਰਾ ਜੀਵ ਆਤਮਾ ਹੈ। ਹੀਰਾ ਦੇਖ ਹੀਰੇ ਕੋ ਆਦੇਸ਼, ਇੱਥੇ ਆਤਮਾ ਦੇ ਪਰਮਾਤਮਾ ਦੀ ਗੱਲ ਹੀ ਕੀਤੀ ਗਈ ਹੈ। ਆਤਮਾ ਹੀਰੇ ਨੂੰ ਕਿਹਾ, ਤੂੰ ਪਰਮਾਤਮਾ ਹੀਰੇ ਨੂੰ ਦੇਖ। ਹੀਰੇ ਨੂੰ ਹੀਰਾ ਕੱਟ ਲੈ ਨਾ, ਉਸੇ ਤਰ੍ਹਾਂ ਹੀ ਆਤਮਾ ਹੀ ਪਰਮਾਤਮਾ 'ਚ ਮਿਲ ਸਕਦੀ ਆ। ਕਹੋ ਸਤਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਬਣ ਜਾ ਰਿਆਂ ਸੋ ਵਣਜ ਕਰ, ਗੁਰਮੁਖ ਬ੍ਰਹਮ ਵਿਚਾਰ, ਗੁਰੂ ਵਾਲਾ ਬਣ, ਗੁਰੂ ਦੇ ਮੁਖ 'ਚੋਂ ਬ੍ਰਹਮ ਦੀ ਗੱਲ ਸੁਣ। ਗੁਰੂ ਕੋਲੋਂ ਬ੍ਰਹਮ ਦੇ ਬਾਰੇ ਜਾਣਕਾਰੀ ਲੈ। ਸੰਤਾਂ ਸੰਗਤ ਪਾਈ ਹੈ, ਸੰਤਾਂ ਦੀ ਸੰਗਤ ਕਰ। ਜੇ ਮੇਲੇ ਮੇਲਨਹਾਰ, ਜੇ ਤੇਰੇ ਚੰਗੇ ਭਾਗ ਹੋਣ ਤਾਂ ਸੰਗਤ ਵੀ ਜਾ ਕੇ ਬੈਠਿਆ ਕਰ। ਕਹੋ ਸਤਨਾਮ ਸ੍ਰੀ। ਅਸੁਣ ਪ੍ਰੇਮੀ ਉਮਾਹੜਾ ਆ, ਜੇ ਤੈਨੂੰ ਮਾਲਕ ਨੂੰ ਮਿਸ਼ਲ ਦੇ ਉਛਾਲੇ ਉੱਠਦੇ ਆ। ਉਮਾਹੜਾ ਉਛਾਲਾ, ਮੈਂ ਵੀ ਰੱਬ ਨੂੰ ਮਿਲਣਾ। ਆ ਸਾਰੇ ਆਨੰਦ ਮਾਣਦੇ ਆ, ਮੈਨੂੰ ਕਦੋਂ ਸਮਾਂ ਮਿਲੂਗਾ। ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੀਜੈ ਰਾਤ ਮੁਰਾਰੀ, ਇੱਕ ਸਮਾਂ ਮੈਨੂੰ ਵੀ ਦੇ, ਮੈਂ ਵੀ ਤਾਂ ਆਨੰਦ ਮਾਣਾ ਤੇਰਾ। ਇੰਨੀਆਂ ਰੂਹਾਂ ਆਨੰਦ ਮਾਣਦੀਆਂ ਤੇਰਾ। ਇਸ ਕਰਕੇ ਜੇ ਤੇਰੇ ਭਾਗਾਂ 'ਚ ਹੋਵੇ ਤਾਂ ਅਸੁਨ ਪ੍ਰੇਮੀ ਉਮਾਹੜਾ ਆ, ਤੈਨੂੰ ਮੈਂ ਦੱਸਾਂ। ਇੱਥੇ ਅਸੂ ਨਹੀਂ ਕਿਹਾ, ਸਾਨੂੰ ਤਿੱਥਾਂ ਵਾਲਿਆਂ ਨਾਲ ਨਹੀਂ ਜੋੜਿਆ, ਕੇਵਲ 12 ਮਾਹਾਂ ਦੇ ਇਹਨਾਂ ਸ਼ਬਦਾਂ ਦੇ ਵੀ ਡਬਲ ਅਰਥ ਹੈ। ਕਹੋ ਸਤਨਾਮ ਸ੍ਰੀ। ਅਸੁਨ ਪ੍ਰੇਮੀ ਉਮਾਹੜਾ, ਕਿਉਂ ਮਿਲਿਆ ਹਰ ਜਾਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤ ਸਹਾਈ ਰੱਬ ਦੇ ਪਿਆਰੇ ਪ੍ਰੇਮ ਵਾਲੇ, ਪ੍ਰੇਮ ਕੇ ਕਰ ਕਿਰਪਾ ਦੀਆ ਮਿਲਾਏ। ਉਹਨਾਂ ਨੂੰ ਜਾ ਕੇ ਮਿਲ। ਸੰਤਾਂ ਸੰਗਤ ਪਾਈਐ, ਜੇ ਮੇਲਾ ਮੇਲਣ ਹਾਰ, ਮਿਲਿਆ ਹੋਏ ਨਾ ਵਿਛੜੈ ਸੱਜਣ ਠੱਗ। ਵੈਸੇ ਉਹ ਠੱਗ ਨਹੀਂ ਰਿਹਾ, ਉਹਨੂੰ ਇੱਕੋ ਸ਼ਬਦ ਸੁਣਾਇਆ ਸੀਗਾ, ਅਸਲੀ ਸੱਜਣ ਬਣ ਗਿਆ। ਕਹੋ ਸਤਨਾਮ। ਅਸੀਂ ਰੋਜ਼ ਸੁਣਦੇ ਆ, ਪਰ ਫਿਰ ਵੀ ਠੱਗੀਆਂ ਉਵੇਂ ਚੱਲਦੀਆਂ। ਕਹੋ ਸਤਨਾਮ ਸੀ। ਹੁਣ ਸੱਜਣ ਨੂੰ ਠੱਗ ਨਹੀਂ ਕਹਿ ਸਕਦੇ, ਪਹਿਲਾਂ ਠੱਗ ਸੀਗਾ, ਪਰ ਜਦੋਂ ਹੀ ਬਾਬਾ ਨਾਨਕ ਮਿਲਿਆ ਉਹਨਾਂ ਨੂੰ
ਤੇ ਜਦੋਂ ਉਹਨੂੰ ਸੁਣਾਇਆ, ਓਏ ਬਾਹਰੋਂ ਬੜਾ ਚਮਕਦਾ, ਵਿੱਚੋਂ ਜਮਾਂ ਹੀ ਕਾਲਾ, ਉਜਲ ਕਹਿਆ ਚਿਲਕਣਾ, ਘੋਟਮ ਕਾਲੜੀ ਮਸ, ਧੋਤੀਆਂ ਜੂਠ ਨਾ ਉਤਰਿਆ, ਜੇ ਸੋ ਧੋਵਾ ਤਿਸ, ਸੱਜਣ ਸਹੀ ਸੱਜਣਾ, ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਨ। ਕਿਹੜੇ ਸੱਜਣ ਨਾਲ ਜਾਣਗੇ? ਗੁਣ ਮੁੰਦ ਹੈ ਗੁਣ ਦਾਸੀ ਸੁਖ ਹੋਏ, ਹੇ ਜੀਵ ਇਸਤਰੀ ਗੁਣਾਂ ਨੂੰ ਗ੍ਰਹਿਣ ਕਰ, ਨਿਮਰਤਾ ਦਾਸੀ ਭਾਵ ਵੀ ਰੱਖੇ ਨਾ। ਸੱਜਣ ਠੱਗ ਪੈਰੀ ਪੈ ਗਿਆ ਜੀ, ਮੈਂ ਤਾਂ ਬਹੁਤ ਬੰਦੇ ਮਾਰੇ ਆ, ਫਿਰ ਮੰਨ ਗਿਆ ਆਪਣੇ ਅਪਰਾਧ ਸਾਰੇ। ਕਹਿੰਦੇ ਮੈਂ ਤਾਂ ਜਿੰਨੇ ਯਾਤਰੂ ਆਪਣੇ ਸਰਾਂ 'ਚ ਆ ਕੇ ਰਹਿੰਦੇ ਸੀਗੇ, ਆਥਨੇ ਮੈਂ ਰੱਖ ਲੈਂਦਾ। ਇੱਧਰ ਮੁਸਲਮਾਨ ਰਹਿੰਦੇ ਸੀ ਆ ਕੇ ਯਾਤਰੂ, ਇੱਧਰ ਹਿੰਦੂਆਂ ਵਾਸਤੇ ਮੰਦਿਰ ਬਣਾਇਆ ਸੀ। ਲੋਕ ਕਹਿੰਦੇ ਕਿੱਡਾ ਚੰਗਾ ਬਾਬਾ ਉਹ, ਧਰਮਸ਼ਾਲਾ ਵਾਲਾ, ਸਰਾਂ ਵਾਲਾ। ਪਰ ਬਾਹਰੋਂ ਤਾਂ ਮੈਂ ਚਿੱਟਾ ਸੀ, ਅੰਦਰ ਤਾਂ ਬੜਾ ਹੀ ਕਾਲਾ ਤੁਹਾਡੇ ਮੁਤਾਬਕ। ਕਹੋ ਸਤਨਾਮ ਸ੍ਰੀ। ਫਿਰ ਹੁਣ ਕੀ ਕਰੇਗਾ? ਇਹਨਾਂ ਗੁਨਾਹਾਂ ਦਾ ਹਿਸਾਬ ਕਿਤਾਬ ਕਿਵੇਂ ਦੇਵੇਗਾ? ਹੁਣ ਜਿੰਨੇ ਲੋਕਾਂ ਨੂੰ ਮਾਰ ਮਾਰ ਕੇ ਪਿੱਛੇ ਖੂਹ ਪੱਟਿਆ, ਯਾਤਰੀ ਰਾਤ ਨੂੰ ਟਿਕਦੇ ਆ, ਲੁੱਟ ਕੇ ਮਾਰ ਕੇ ਖੂਹ ਵਿੱਚ ਸਿੱਟ ਦਿੰਦਾ। ਕਹੋ ਸਤਨਾਮ ਸ੍ਰੀ। ਬਾਬੇ ਨਾਨਕ ਨੇ ਫੜ ਲਿਆ ਕੰਨੋਂ ਜਾ ਕੇ, ਪੈਰੀ ਪੈ ਗਿਆ, ਗਿਆਨ ਦਿੱਤਾ। ਉਸੇ ਸੱਜਣ ਨੂੰ ਉੱਥੇ ਫਿਰ ਪ੍ਰਚਾਰਕ ਬਣਾਇਆ। ਜਦੋਂ ਬਾਬਾ ਤੁਰਨ ਲੱਗਿਆ, ਸੱਜਣ ਕਹਿਣ ਲੱਗਿਆ, ਬਾਬਾ ਜੀ ਦੁਬਾਰੇ ਕਦੋਂ ਮੇਲੇ ਹੋਣਗੇ? ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜੇ ਗੁਣ ਹੋਵੇ ਗੰਠੜੀਐ, ਮੇਲੇਗਾ ਸੋਏ। ਮਿੱਤਰਾ ਹੁਣ ਨਹੀਂ ਆਪਾਂ ਵਿਛੜਦੇ, ਮਿਲਿਆ ਹੋਏ ਨਾ ਵਿਛੜਿਆ। ਜੇ ਮਿਲਿਆ ਹੋਏ ਤੂੰ ਮੇਰੀ ਗੱਲ ਮੰਨ ਲਈ ਆ ਮਿੱਤਰਾ, ਹੁਣ ਤੂੰ ਵਿਛੜੇਗਾ ਨਹੀਂ। ਜੇ ਤੂੰ ਇਹਨਾਂ ਗੁਣਾਂ ਨੂੰ ਗ੍ਰਹਿਣ ਕਰੇ, ਇਹ ਗੁਣ ਹੀ ਤੈਨੂੰ ਮੇਰੇ ਨਾਲ ਮਿਲਾਉਣਗੇ। ਸਾਨੂੰ ਸਾਰਿਆਂ ਨੂੰ ਸਿੱਖੀ ਦੇ ਗੁਣ ਹੀ ਤਾਂ ਇਕੱਠੇ ਕਰਕੇ ਮਾਰ ਰਹੇ ਆ ਨਾ। ਠੱਗਾਂ ਨੂੰ ਠੱਗਾਂ ਦੇ ਔਗਣ ਮਿਲਾਉਂਦੇ ਆ। ਇਸ ਕਰਕੇ ਬਾਬਾ ਜੀ ਕਹਿੰਦੇ, ਮਿਲਿਆ ਹੋਏ ਨਾ ਵਿਛੜੈ, ਜਿਸੀ ਅੰਤਰ ਜੋਤ ਅਪਾਰ। ਉਹ ਸੱਜਣ ਦੇ ਕੋਲੋਂ ਵਿਦਾ ਹੋਏ ਨਾ, ਫਿਰ ਜਾਂਦੇ ਆਸ਼ੀਰਵਾਦ ਦੇ ਗਏ, ਦੂਜਾ ਸ਼ਬਦ ਉਚਾਰਿਆ। ਇਹ ਦੋ ਸ਼ਬਦ ਸੱਜਣ ਠੱਗ ਦੇ ਸਾਹਮਣੇ ਉਚਾਰਨ ਕੀਤੇ। ਜਾਂਦੇ ਹੋਏ ਪਿਆਰ ਨਾਲ ਸੱਜਣ ਕਹਿੰਦਾ, ਜੀ ਦੁਬਾਰੇ ਕਦੋਂ ਮੇਲੇ ਹੋਣਗੇ ਤੁਹਾਡੇ ਨਾਲ? ਕਹਿੰਦੇ, ਜੇ ਗੁਣ ਹੋਵੇ ਗੰਠੜੀਐ, ਮੇਲੇਗਾ ਸੋਏ। ਇਹ ਚੰਗੇ ਗੁਣ ਹੀ ਸਾਨੂੰ ਮਿਲਾਉਣਗੇ। ਗੁਰਸਿੱਖ ਨੂੰ ਗੁਰਸਿੱਖ ਹੀ ਜਾ ਕੇ ਮਿਲਦਾ ਨਾ, ਤੋ ਸਿੱਖੀ ਦੇ ਗੁਣ ਹੀ ਸਾਨੂੰ ਇੱਕ ਦੂਜੇ ਨਾਲ ਮਿਲਾਉਂਦੇ ਆ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਹਿੰਦੇ, ਸੰਤਾ ਸੰਗਤ ਪਾਈ ਹੈ, ਜੇ ਮੇਲਾ ਮੇਲਣ ਹਾਰ, ਮਿਲਿਆ ਹੋਈ ਨਾ ਵਿਛੜੈ। ਜਿਹੜਾ ਗੁਣ ਕਰਕੇ ਮਿਲ ਗਿਆ, ਸਰੀਰ ਤਾਂ ਬਣਦੇ ਢਹਿੰਦੇ ਰਹਿੰਦੇ ਆ, ਇਹ ਤਾਂ ਮਿੱਟੀ ਚੋਂ ਪੈਦਾ ਹੁੰਦਾ, ਮਿੱਟੀ 'ਚ ਮਿਲ ਜਾਂਦਾ ਹੈ। ਪਰ ਜੀਵ ਆਤਮਾ ਕਦੇ ਮਰਦੀ ਨਹੀਂ, ਔਰ ਗੁਣ ਜਿਹੜੇ ਹਨ ਇਹ ਜੀਵ ਆਤਮਾ ਨੂੰ ਉੱਥੇ ਲੈ ਜਾਂਦੇ ਆ, ਜਿਹੋ ਜਿਹਾ ਇਹਦਾ ਜੀਵਨ ਹੁੰਦਾ ਹੈ। ਜੇ ਔਗਣ ਹੈ ਤੇ ਫਿਰ ਟੇਢੀਆਂ ਜੂਨਾਂ, ਜੇ ਗੁਣ ਹੈ ਤੇ ਮਾਲਕ ਦੇ ਵਿੱਚ ਮਿਲਾ ਦਿੰਦੇ ਆ। ਕੋ ਸਤਨਾਮ ਸ੍ਰੀ। ਮਿਲਿਆ ਹੋਏ ਨਾ ਵਿਛੜੈ, ਜਿਸੀ ਅੰਤਰ ਜੋਤ ਅਪਾਰ। ਸੱਚੈ ਆਸਨ ਸੱਚ ਰਹਿ, ਜਿਹੜਾ ਸੱਚ ਤੇ ਆਸਣ ਲਾਵੇ। ਹੁਣ ਆਸਣ ਤੁਸੀਂ ਕਹੋਗੇ ਚੌਂਕੜੀ ਮਾਰ ਕੇ ਬੈਠਣਾ, ਨਹੀਂ। ਜਿਹੜਾ ਜੀਵਨ ਨੂੰ ਸੱਚ ਦੇ ਨਾਲ ਬਤੀਤ ਕਰੇ। ਸੱਚ ਤਾਂ ਪਰ ਜਾਣੀਐ, ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢਿਆ ਧੋਏ। ਨਾਨਕ ਬਖਾਣੈ ਬੇਨਤੀ, ਜਿਨ ਸੱਚ ਪੱਲੇ ਹੋਏ। ਇਹ ਨਾਨਕ ਉਹਨਾਂ ਨੂੰ ਗੱਲ ਕਰਦਾ ਜਿਨ੍ਹਾਂ ਦੇ ਕੋਲ ਸੱਚ ਹੈ, ਜਿਹੜੇ ਸੱਚ ਨੂੰ ਗ੍ਰਹਿਣ ਕਰਨਗੇ। ਸੱਚਾ ਆਸਣ ਸੱਚ ਰਹੇ। ਤੁਸੀਂ ਸੱਚ ਨਾਲ ਜੁੜੋਗੇ ਤੇ ਮਾਲਕ ਵੀ ਸੱਚ ਦੇ ਆਸਣ ਤੇ ਬੈਠਾ ਤੁਹਾਨੂੰ ਮਿਲ ਜਾਊਗਾ। ਕਹੋ ਸਤਨਾਮ ਸ੍ਰੀ। ਸੱਚੋ ਉਰੇ ਸਭ ਕੋ ਉੱਪਰ ਸਾਚੀ ਅਚਾਰ। ਸੱਚਾ ਆਸਣ ਸੱਚ ਰਹਿ, ਸੱਚਾ ਪ੍ਰੇਮ ਪਿਆਰ। ਸੱਚ ਨਾਲ ਪਿਆਰ ਪਾਓ। ਆਦ ਸੱਚ ਜੁਗਾਦ ਸੱਚ, ਉਸ ਪਰਮੇਸ਼ਰ ਦਾ ਸਰੂਪ ਦੱਸਿਆ ਕਿ ਸੱਚ ਹਮੇਸ਼ਾ ਰਹਿਣ ਵਾਲਾ ਹੈ। ਕੂੜ ਨਖੁੱਟੇ ਨਾਨਕਾ, ਓੜਕ ਸੱਚ ਰਹੀ। ਤੇ ਸੱਚ ਕਿੱਥੋਂ ਸ਼ੁਰੂ ਕਰੀਏ? ਥੱਲਿਓਂ ਪਰਿਵਾਰ ਦੇ ਨਾਲ ਸੱਚ ਬੋਲਣਾ ਸ਼ੁਰੂ ਕਰੀਏ। ਗੋਝੀ ਕਰਨੀ ਬੰਦ ਕਰੀਏ, ਚੋਰੀ ਕਰਨੀ ਬੰਦ ਕਰੀਏ। ਦੁਕਾਨਦਾਰੀ ਕਰਦੇ ਆ ਤੇ ਉੱਥੇ ਜਿਹੜਾ ਹੈ ਗਾਹਕ ਦੇ ਨਾਲ ਸੱਚ ਬੋਲੀਏ। ਥੱਲਿਓਂ ਸੱਚ ਸ਼ੁਰੂ ਕਰਨਾ ਪੈਣਾ, ਫਿਰ ਸੱਚਾ ਰੱਬ ਵੀ ਮਿਲ ਜਾਊਗਾ ਇੱਕ ਦਿਨ। ਕਹੋ ਸਤਨਾਮ ਸ੍ਰੀ। ਪ੍ਰੀਤਮ ਜੀ ਆਖਰੀ ਪੰਕਤੀਆਂ ਵਿੱਚ ਅੱਗੇ ਕਹਿੰਦੇ ਹਨ, ਸੱਚਾ ਆਸਣ ਸੱਚ ਰਹਿ, ਸੱਚਾ ਪ੍ਰੇਮ ਪਿਆਰ। ਜਿਨੀ ਆਪ ਪਛਾਣਿਆ, ਘਰ ਮੈਂ ਮਹਿਲ ਸੁਥਾਏ। ਜਿਨ੍ਹਾਂ ਨੇ ਇਸ ਸਰੀਰ ਰੂਪੀ ਘਰ ਦੇ ਵਿੱਚ ਵੜ ਕੇ ਆਪਣੇ ਆਪ ਨੂੰ ਪਛਾਣ ਲਿਆ, ਇਹਦੇ ਵਿੱਚ ਹੀ ਪਰਮੇਸ਼ਰ ਦਾ ਮਹਿਲ ਹੈ। ਸੱਚਖੰਡ ਦਸਮ ਦੁਆਰ ਹੈ, ਜਿਸ ਨੂੰ ਕਹਿੰਦੇ ਹਨ।
दसम द्वार अगम पारा परम पुरख की घाटी, ऊपर हाट हाट पर आला, आले भीतर छाती। ਇਹਦੇ ਵਿੱਚ ਹੀ ਬੈਠਾ, ਦਿਮਾਗ ਦੇ ਵਿੱਚ ਰੱਖਿਆ ਸਭ ਕੁਝ ਪਰਮੇਸ਼ਰ ਨੇ। ਤਾਂਹੀਓ ਤਾਂ ਖੋਪੜੀ ਤਕੜੀ ਜਿਹੀ ਕਰਕੇ ਲਾਈ ਆ, ਕਿਉਂਕਿ ਬੜਾ ਕੀਮਤੀ ਸਮਾਨ ਰੱਖਿਆ ਦਿਮਾਗ ਦੇ ਵਿੱਚ ਪਰਮੇਸ਼ਰ ਨੇ। ਕੋ ਸਤਨਾਮ। ਇਹਦੇ ਵਿੱਚ ਤੇਰਾ ਤੇ ਤੇਰੇ ਮਾਲਕ ਦਾ ਘਰ ਵੀ ਹੈ, ਬਸ ਤੂੰ ਬਾਹਰ ਨਿਕਲ ਗਈ, ਉਹ ਅੰਦਰ ਬੈਠਾ। ਇੱਕ ਦਿਨ ਉਛਾਲਾ ਉੱਠਿਆ ਕਿ ਮੈਂ ਮਾਲਕ ਨੂੰ ਜਾ ਕੇ ਵੇਖਾਂ। ਬਾਹਰ ਨਿਕਲ ਪਈ, ਤੀਰਥਾਂ ਨੂੰ ਚੱਲ ਪਈ, ਪੁੱਛਦੀ ਫਿਰਦੀ ਆ ਕਿਤੇ ਵੇਖਿਆ ਮਾਲਕ। ਜਿਹਨੂੰ ਪੁੱਛਿਆ ਉਹ ਕਹਿੰਦਾ ਘਰੇ ਹੀ ਆਉਂਦਾ। ਮੈਂ ਘਰੇ ਆ ਕੇ ਦੇਖਿਆ, ਕੋਠੀਆਂ 'ਚ ਕਿਤੇ ਨਹੀਂ ਦਿਸਿਆ। ਦੱਸਣ ਵਾਲਾ ਕਹਿੰਦਾ ਕੋਠੀਆਂ 'ਚ ਨਹੀਂ, ਤੇਰੇ ਦਿਮਾਗ 'ਚ ਹੈ। ਕੋ ਸਤਨਾਮ ਸੀ। ਆਪਣੇ ਅੰਦਰ ਜਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸੇਹਰ ਮੇਲਾ ਦਸਤਗੀਰੀ ਨਾ ਹੈ। ਅੰਦਰ ਜਾ ਆਪਦੇ, ਬਾਹਰ ਨਹੀਂ ਹੈ। ਉਮ ਕੇ ਹੀਓ ਮਿਲਣ ਪ੍ਰਭ ਤਾਈ, ਖੋਜਿਤ ਚਰਿਓ ਦੇਖੋ ਪ੍ਰਿਆ ਜਾਈ, ਸੁਨਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ, ਭਰਮ ਭਰਮ ਬਿਆਇਓ ਤੋ ਨਜ਼ਰ ਨ ਪਾਈ, ਕਿਨ ਬਿਦ ਹੀਰੋ ਧੀਰਾ ਨਿਵਾਣੋ, ਮਿਲ ਸਾਜਨ ਹੋ ਤੁਝ ਕੁਰਬਾਨੋ। ਫਿਰ ਇੱਕ ਦਿਨ ਕਿਰਪਾ ਹੋਈ, ਭਇਓ ਦਿਆਲ, ਸਤਸੰਗਤ ਪਾਇਆ। ਤੱਕ ਜਦ ਕਿਰਪਾ ਹੋਈ ਤੇ ਮੈਨੂੰ ਅੰਦਰ ਮੋੜਤਾ। ਜਦ ਅੰਦਰ ਵੇਖਿਆ ਤੇ ਫਿਰ ਕਹਿੰਦੇ ਅੰਦਰੋਂ ਹੀ ਬੈਠਾ ਮਿਲ ਗਿਆ। ਫਿਰ ਦੋਨਾਂ ਦਾ ਮਿਲਾਪ ਹੋਇਆ। ਕੋ ਸਤਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਜਿਨੀ ਆਪ ਪਛਾਣਿਆ, ਜਿਨ੍ਹਾਂ ਨੇ ਆਪਦੇ ਅੰਦਰ ਜਾਣਾ ਕੀਤਾ। ਘਰ ਮੈਂ ਮਹਿਲ ਸੁਥਾਏ, ਸੱਚੇ ਸੇਤੀ ਰਤਿਆ, ਸੱਚੋ ਪੱਲੇ ਪਾਏ, ਤ੍ਰਿਭਵਨ ਸੋ ਪ੍ਰਭ ਜਾਣੀਐ, ਸਾਚੋ ਸਾਚੈ ਨਾਏ। ਪਹਿਲਾਂ ਅੰਦਰੋਂ ਵੇਖਿਆ, ਫਿਰ ਬਾਹਰ ਵੀ ਦਿਖਾਈ ਦੇਣ ਲੱਗਿਆ। ਭਾਈ ਕਨ੍ਹਈਆ ਜੀ ਵਾਲੀ ਅਵਸਥਾ। ਗੁਰੂ ਪਾਤਸ਼ਾਹ ਕਹਿੰਦੇ ਤੂੰ ਦੁਸ਼ਮਣ ਨੂੰ ਪਾਣੀ ਪਿਆਉਣਾ? ਨਹੀਂ ਮਹਾਰਾਜ, ਫਿਰ ਤੇ ਡਿਊਟੀ ਪਾਣੀ ਪਿਆਉਣ ਤੇ ਲਾਈ ਸੀ ਜੀ। ਪਿਆਉਣਾ ਕਿਹਨੂੰ ਪਿਆਉਣਾ? ਮੈਂ ਤਾਂ ਬੁੱਕ ਵੇਖਦਾ, ਇਹ ਬੁੱਕ ਮੈਨੂੰ ਤੁਹਾਡਾ ਲੱਗਦਾ, ਮੈਂ ਤਾਂ ਤੁਹਾਨੂੰ ਹੀ ਪਾਣੀ ਪਿਆਉਣਾ। ਕੋ ਸਤਨਾਮ ਸ੍ਰੀ। ਪਾਤਸ਼ਾਹ ਨੇ ਸਜ਼ਾ ਨਹੀਂ ਦਿੱਤੀ, ਕਹਿੰਦੇ ਚੰਗਾ ਫਿਰ ਮੇਰੇ ਪੱਟੀਆਂ ਵੀ ਬੰਨ੍ਹ ਦਿਆ ਕਰ। ਮਤਲਬ ਤੂੰ ਮੈਨੂੰ ਸਾਰਿਆਂ 'ਚ ਦੇਖ ਲਿਆ, ਇਹਦਾ ਮਤਲਬ ਤੇਰੀ ਜਿਹੜੀ ਨਿਗਾਹ ਖੁੱਲ੍ਹ ਚੁੱਕੀ ਹੈ, ਕਿਰਪਾ ਦ੍ਰਿਸ਼ਟੀ ਹੋ ਗਈ ਤੇਰੇ ਤੇ। ਕੋ ਸਤਨਾਮ ਸ੍ਰੀ। ਪਹਿਲਾਂ ਅੰਦਰੋਂ ਵੇਖਿਆ, ਫਿਰ ਬਾਹਰ ਦਿਸਣ ਲੱਗਿਆ। ਤ੍ਰਿਭਵਨ ਸੋ ਪ੍ਰਭ ਜਾਣੀਐ, ਤਿੰਨਾਂ ਲੋਕਾਂ ਵਿੱਚ ਦਿਖਾਈ ਦਿੱਤਾ। ਸਾਚੋ ਸਾਚੈ ਨਾਏ, ਜਿਹਨੇ ਇਹੋ ਜਿਹਾ ਜੀਵਨ ਬਣਾ ਲਿਆ। ਸਾਧਨ ਖਰੀ ਸੁਹਾਵਣੀ, ਜਿਨ ਫਿਰ ਜਾਤਾ ਸੰਗ, ਜਿਹਨੇ ਅੰਦਰੋਂ ਮਾਲਕ ਨੂੰ ਜਾਣ ਲਿਆ। ਉਹ ਧਨ, ਇੱਥੇ ਧਨ ਹੈ, ਉੱਥੇ ਮੁੰਦ ਸੀ। ਮੁੰਦ ਦਾ ਮਤਲਬ ਹੈ ਵਿਸ਼ੇ ਵਿਕਾਰਾਂ ਦੇ ਭਰੇ ਹੋਏ ਜੀਵ। ਧਨ ਦਾ ਮਤਲਬ ਹੈ ਸੁਹਾਗਣ, ਜਿਹਨੇ ਇਹ ਵਿਕਾਰ ਛੱਡ ਦਿੱਤੇ। ਇੱਥੇ ਮੁੰਦ ਨਹੀਂ ਕਿਹਾ ਜਾ ਕੇ ਦੁਆਰਾ ਪਾਤਸ਼ਾਹ ਨੇ। ਸਾਧਨ ਖਰੀ ਸੁਹਾਵਣੀ, ਜਿਨ ਫਿਰ ਜਾਤਾ ਸੰਗ। ਉਹ ਜੀਵ ਇਸਤਰੀ ਖਰੀ ਹੈ, ਸੁਹਾਗਣ ਹੈ, ਸੁਹਾਵਣੀ ਹੈ, ਸਿਆਣੀ ਹੈ, ਸੋਹਣੀ ਹੈ, ਜਿਹਨੇ ਮਾਲਕ ਨੂੰ ਆਪਣੇ ਨਾਲ ਜਾਣ ਲਿਆ। ਮਹਿਲੀ ਮਹਿਲ ਬੁਲਾਈ ਹੈ, ਸੋ ਫਿਰ ਰਾਵੇ ਰੰਗ। ਉਹਨੂੰ ਮਾਲਕ ਆਪਣੇ ਅੰਦਰ ਸੱਦ ਲੈਂਦਾ, ਆ ਜਾ ਅੰਦਰ ਆ ਜਾ। ਤੁਮ ਘਰ ਆਵੋ ਮੇਰੇ ਅਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਬਦਾ ਪਈ ਬਤੀਤ। ਆ ਜਾ ਅੰਦਰ, ਹੁਣ ਘਰੇ ਆ ਜਾ ਪੁੱਤ, ਬਹੁਤ ਚਿਰ ਹੋ ਗਿਆ ਭਟਕਦੇ ਨੂੰ। ਮਹਿਲੀ ਮਹਿਲ ਬੁਲਾਈ ਹੈ, ਸੋ ਫਿਰ ਰਾਵੇ ਰੰਗ। ਸੱਚ ਸੁਹਾਗਣ ਸਾਹ ਭਲੀ, ਫਿਰ ਮੋਹੀ ਗੁਣ ਸੰਗ। ਉਹ ਸੱਚੀ ਆ, ਉਹ ਸੁਹਾਗਣ ਹੈ, ਉਹ ਚੰਗੀ ਹੈ, ਸਭ ਤੋਂ ਚੰਗੀ ਹੈ, ਜਿਹਨੂੰ ਆਪਣੇ ਪਤੀ ਦੇ ਗੁਣ ਗ੍ਰਹਿਣ ਕਰ ਲਏ। ਕਿਉਂਕਿ ਜੇ ਉਹ ਮਾਲਕ ਕਹਿੰਦਾ ਸਾਨੂੰ ਉਹੋ ਜਿਹੇ ਬਣਨਾ ਪੈਣਾ। ਬਾਬੇ ਨਾਨਕ ਜੀ ਦੇ ਮਾਤਾ ਸੁਲੱਖਣੀ ਦੀ ਕੋਈ ਸਮਾਂ ਲੜਾਈ ਰਹੀ ਆ, ਪਰ ਜਦੋਂ ਬੇਬੇ ਨਾਨਕੀ ਨੇ ਕਿਹਾ ਨਾ ਕੁੜੇ ਤੂੰ ਉਹੋ ਜਿਹੀ ਬਣ ਜਾ ਜਿਹੋ ਜਿਹਾ ਤੇਰਾ ਪਤੀ ਹੈ। ਜਦੋਂ ਬੇਬੇ ਸੁਲੱਖਣੀ ਵੀ ਉਵੇਂ ਕੰਮ ਕਰਨ ਲੱਗ ਪਈ, ਘਰ ਆਇਆਂ ਨੂੰ ਦਾਨੀ ਦਾਨ ਕਰਨ ਲੱਗੀ ਬਾਬੇ ਨਾਨਕ ਵਾਂਗੂ, ਫਿਰ ਦੋਨਾਂ ਦੀ ਮੱਤ ਮਿਲ ਗਈ, ਫਿਰ ਦੋਨੇ ਇੱਕ ਦੂਜੇ 'ਚ ਮਿਲ ਗਏ। ਕਹੋ ਸਤਨਾਮ ਸ੍ਰੀ। ਬਸ ਇਹੀ ਫਰਕ ਹੈ ਕਿ ਅਸੀਂ ਉਹੋ ਜਿਹੇ ਗੁਣਾਂ ਨੂੰ ਗ੍ਰਹਿਣ ਨਹੀਂ ਕਰ ਰਹੇ। ਆਖਰੀ ਪੰਕਤੀਆਂ ਵਿੱਚ ਬਾਬਾ ਜੀ ਕਹਿੰਦੇ ਉਹ ਸੁਹਾਗਣ ਹੈ, ਸੱਚੀ ਹੈ, ਚੰਗੀ ਹੈ, ਫਿਰ ਮੋਹੀ ਗੁਣ ਸੰਗ। ਗੁਣਾ ਕਰਕੇ ਉਹ ਮਾਲਕ ਨੂੰ ਚੰਗੀ ਲੱਗਣ ਲੱਗੀ। ਬਾਬੇ ਨਾਨਕ ਜੀ ਨੇ ਵੀ ਜਦ ਮਾਤਾ ਸੁਲੱਖਣੀ ਦਾ ਸੁਭਾਅ ਦੇਖਿਆ ਬਦਲ ਚੁੱਕਿਆ, ਫਿਰ ਬਾਬਾ ਨਾਨਕ ਵੀ ਉਹਨਾਂ ਨੂੰ ਬੱਚਿਆਂ ਸਮੇਤ ਕਰਤਾਰਪੁਰ ਆਪਣੇ ਘਰ ਨਾਲ ਲੈ ਗਏ। ਕਹੋ ਸਤਨਾਮ ਸ੍ਰੀ। ਬਣ ਗਿਆ ਕੰਮ। ਜਦ ਦੋਨੇ ਇੱਕੋ ਜਿਹੇ ਹੋ ਗਏ, ਭੋਲੀ ਭੋਲੀ ਥਲ ਚੜਾ, ਥਲ ਚੜ ਡੂਗਰ ਜਾਓ। ਇਹ ਜੀਵ ਆਤਮਾ ਭਟਕਦੀ ਫਿਰਦੀ ਆ ਇੱਧਰ ਉੱਧਰ, ਮਾਲਕ ਨੂੰ ਭੁਲਾ ਕੇ। ਥਲ ਚੜਾ, ਥਲ ਚੜ ਡੂਗਰ ਜਾਓ, ਕਦੇ ਉੱਚੀ ਕਦੇ ਨੀਵੀਂ। ਜਿਵੇਂ ਪਹਾੜੀ ਯਾਤਰਾ ਕਰਨੀ ਕਿੰਨੀ ਔਖੀ ਹੁੰਦੀ ਆ। ਕੋ ਸਤਨਾਮ। ਇਵੇਂ ਜਿਵੇਂ ਮਨੁੱਖ ਕਦੇ ਹੰਕਾਰ ਵਿੱਚ, ਕਦੇ ਹੀਨ ਭਾਵਨਾ ਵਿੱਚ, ਕਦੇ ਦੁਖੀ ਕਦੇ ਸੁਖੀ, ਇਹਨਾਂ ਚੱਕਰਾਂ ਵਿੱਚ ਭਟਕਦਾ ਰਹਿੰਦਾ ਹੈ। ਬਣ ਮਹਿ ਭੋਲੀ ਜੇ ਫਿਰਾਂ, ਜਿੰਨਾ ਚਿਰ ਮਰਜੀ ਭਟਕਦੇ ਰਹੋ, ਇਹ ਭਟਕਣਾ ਖਤਮ ਨਹੀਂ ਹੋਣੀ।
बिन गुर बूझ न पाओ, जिन्ना चिर गुरु वाले नहीं बनते ये जमना मरना नहीं मुकना। को सतनाम श्री। ये टीडियां जूना ते दुखां दा जिहड़ा है समाज नहीं खत्म होना जिन्ना चिर गुरु नहीं पुछदे। भटकदे फिरो जंगलों में, पातशाह जी कहंदे जंगल दे विच कोई भटक जावे, रस्ता ना लभे ते निकलण वास्ते की करना पऊगा? जिहड़ा जंगली वासी आ उहनूं पुछना पऊ, यार मैनूं बाहर कढ दे, मैनूं रस्ता नहीं लभ रिहा, ये जंगल चों बाहर किवें निकलां? ये जंगल संसार है, असीं इह च भटक गए। गुरु इहदे बारे जाणदा है, वो सानूं रस्ता दिखा दू भी ऐं दी टप जा। कहो सतनाम श्री। भुली भुली बन मैं भुली जे फिरां, बिन गुर बूझ न पाओ, नावों भुली जे फिरां। जिमें जंगल दा वासी ही सानू रस्ता दस सकदा है, इसे तरह गुरु सानू संसार चों कढण वास्ते नाम दा रस्ता दिंदा है। को सतनाम श्री। नावो भुली जे फिरां, जे नाम नहीं जपांगे फिर भी भुले होए आ, फिर आवो जाओ, फिर आउण जाण दे चक्करां विच पए रहांगे। बाबा जी नूं पुछिया फिर की करिए महाराज, दसो किवें निकलीए? पुछो जाए पधाऊ आ। पधाऊ पांधी रस्ते, जेड़े इस रस्ते दे पांधी आ, गुरमुखां दी संगत करो, संतां नूं पुछो, रब दे प्यारियां दी संगत करो, नहीं तां गुरु ग्रंथ साहिब जी दी संगत कर लो, 36 रब दे प्यारे च बैठे आ। कहो सतनाम श्री। पुछो जाए पधाऊ आ, चले चाकर होए, उन्हां दी संगत करो, उन्हां दी सेवा भी करो, क्योंकि एवें मनना नहीं, एवें दसना नहीं गा, सेवा करके ही दसणगे। पुछो जाए पधाऊआ, चले चाकर होए, राजन जाने अपना दर का ठाकनक होए। जिन्हां ने मालक नूं आपदा जान लिया, जिन्हां नूं आउंदियां जांदियां कोई रोक नहीं सकदा। रे रे दरगह कहे न कहू, आओ बैठी आदर सब देऊ। जिन्हां ने रब राजे नूं आपदा बना लिया, उन्हां नूं फिर राह च कोई रोक नहीं सकदा। जिवें मंत्रियां दे रिश्तेदार नूं कोई रोक नहीं सकदा। को सतनाम श्री। मिलण वास्ते इसे तरह जिन्हां रब दे प्यारियां ने रब नूं आपदा राजा बना लिया ना, राजन जाने अपना दर का ठक न होए, नानक एको रब रहा दूजा अवर ना कोए। उन्हां नूं हर थां ते अपना राजा दिखाई दिंदा। जिवें नामदेव जी कुत्ते दे मगर भज के ने, महाराज रुखियां ना खाओ, घिओ भी लै जाओ। ये उन्हां ने जान लिया, सारे तिन्नां लोकां विच देख लिया, तां उन्हां नूं हर थां दिखाई देण लग्या। जिन्हां नूं हर थां दिखाई देण लग्या, ਉਹ ਫਿਰ ਹਰ ਥਾਂ ਵੇਖਦੇ ਹੋਏ ਉੱਥੇ ਪਹੁੰਚ ਜਾਂਦੇ ਆ। ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਨਾਨਕ ਏਕੋ ਰਬ ਰਿਹਾ ਦੂਜਾ ਅਵਰ ਨਾ ਕੋਏ। ਇਹ ਸੀ ਪਵਿੱਤਰ ਸ਼ਬਦ ਦੇ ਵਿਚਾਰ, ਜਿਨ੍ਹਾਂ ਨੇ ਸਮਝ ਲਿਆ। ਮੁੰਦਹੇ, ਫਿਰ ਉਹੀ ਗੱਲ ਮੈਂ ਸਾਂਝੀ ਕਰਾਂ ਤੁਹਾਡੇ ਨਾਲ। ਮੁੰਦਹੇ ਹੈ ਜੀਵ ਇਸਤਰੀ, ਗੁਣ ਦਾਸੀ ਸੁਖ ਹੋਏ। ਗੁਣਾਂ ਨੂੰ ਇਕੱਠੇ ਕਰ ਲਾ, ਨਿਮਰਤਾ ਚ ਰਿਹਾ ਕਰ। ਮੁੰਦੇ ਗੁਣ ਦਾਸੀ ਸੁਖ ਹੋਏ, अवगुण त्याग समाई है। गुरमत पूरा सोए, अवगुण छड्ड दे, फिर मानक दे विच मिल सकदी है। गुरमत लैके गुरु नूं पुछ के आ विचारां इत्थे रोकदे आ। अगले शब्द दे विचार फिर किरपा कीती ते सांझे करांगे। बोलदे अनेकां अखर बाद घट हो जांदे। सिख संगतां ते सतगुरु बख्शण योग है, बख्श लेना जी। समाप्ति करिए। बुलाओ फतेह पाओ फतेह। वाहिगुरू जी का खालसा, वाहिगुरू जी की फतेह। राम कली महला ती।